एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। वाहिगुरु 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 वाहिगुरु। पैरो महला पंजवा। खूब 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 तेरो नाम। झूठ 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 दुनी गुमान। नग्ज तेरे बंदे दीदार अपार। नाम बिना सब दुनिया छार। अचरज तेरी कुदरत तेरे कदम सलाह। गनीव तेरी सिफत सच्चे पातशाह। नी धरिया धर पनै खुदाई। गरीब निवाज दिन रैन ते आए। नानक को खुद खसम मेहरबान। अल्लाह ना विसरै दिल जी परान। नानक को खुद खसम मेहरबान। अल्लाह ना विसरै दिल जी प्राण। खूब 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 तेरो नाम। झूठ 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 गुनी दुनी गुमान। वाहिगुरु वाहिगुरु जी का खालसा वाहिगुरु जी की फतेह। ਆਪਾਂ ਰਵਦੀਪ ਜੀ ਕਿਦਾਂ ਡਿਸਾਈਡ ਕੀਤਾ ਸੀ that I would go first or I would go last? I think कोई भी अगर वॉलंटियर आते वो बोलेगा फिर ठीक। हाँ जी, so who go first? कोई एक वीर भैन। हाँ जी, no one? Okay, if that is the case, फिर कार सिंह जी तुसी आ जाओ मैदान च। हाँ जी, थैंक यू। एक ओंकार सतगुर प्रसाद। बिलावल महला नौवां। जा मैं भजन राम को नाही। ते नर जन्म अकारथ खोयो। जय राखो मन माही रहाओ।
तीर्थ करे व्रत पुन राखे, नाम मनुआ बस जाको, नेफल धर्म काहे तुम मानो, साच कहत मैं यहाँ को, जैसे पाहन जल में राखियो, भेदे नाहे ते पानी, तैसे ही तुम ताहे पछानो, भगतहीन जो प्राणी, कल मैं मुक्त नाम ते पावत, गुर या भेद बतावै, कहो नानक सोई नर गरुआ, जो प्रभ के गुण गावे। कल मैं मुक्त नाम ते पावत, कल मैं मुक्त नाम ते पावत, गुर या भेद बतावै, कहो नानक सोई नर गरुआ, जो प्रभ के गुण गावै, जो प्रभ के गुण गावै। हाँ जी, ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਇੱਕ ਖਾਸ ਸਿੱਖਿਆ ਦਿੰਦੇ ਆ। ਸਿੱਖਿਆ ਹੁਕਮ ਦੇ ਰੂਪ ਵਿੱਚ ਆ, ਰਾਖੋ ਹੁਕਮਵਾਚੀ ਆ। ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਇੱਕ ਚੀਜ਼ ਨੂੰ ਰਾਖੋ, ਆਪੇ ਆਪਣੇ ਮਨ ਵਿੱਚ ਰੱਖੀ ਰੱਖੋ ਸੰਭਾਲ ਕੇ। ਇੱਕ ਤੇ ਚਲੋ ਪਤਾ ਚੱਲ ਗਿਆ ਕੀ ਪ੍ਰੋਬਲਮ ਆ, ਤੇ ਜਦੋਂ ਪ੍ਰੋਬਲਮ ਦਾ ਸੋਲੂਸ਼ਨ ਮਿਲ ਗਿਆ ਵਾ ਤੇ ਉਸ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ, ਰੱਖੀ ਰੱਖੋ। ਹਾਂਜੀ, ਤੇ ਉਹ ਇਨਫੋਰਮੇਸ਼ਨ ਕਿਹੜੀ ਗੁਰੂ ਸਾਹਿਬ ਦਿੰਦੇ ਆ ਵੀ ਜਿਸ ਮਨੁੱਖ ਦੇ ਕੋਲ ਪਰਮਾਤਮਾ ਦੀ ਸਿਫਤ ਸਲਾਹ ਨਹੀਂ, ਜਿਸ ਮਨੁੱਖ ਦੇ ਕੋਲ ਰੱਬੀ ਗੁਣ ਨਹੀਂ ਗਏ, ਉਹ ਮਨੁੱਖ ਰਾਮ ਭਜਨ ਤੋਂ ਸਖਣਗੇ। ਹਾਂਜੀ, ਹੁਣ ਭਜਨ ਦੇ ਅਰਥ ਇਹ ਨਹੀਂ ਕਿ ਕਿਤੇ ਨਵੇਕਲੇ ਥਾਂ ਤੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਗੁਰੂ ਸਾਹਿਬ ਨੇ ਜਪਜੀ ਸਾਹਿਬ ਸਾਨੂੰ ਦੱਸਿਆ ਹੋਇਆ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਸਾਡੇ ਧਰਮ ਦੇ ਵਿੱਚ ਭਗਤ ਜਾਂ ਭਗਤੀ ਦੀ ਪਰਿਭਾਸ਼ਾ ਬਿਲਕੁਲ ਡਿਫਰੈਂਟ ਆ ਗੁਆਂਢੀਆਂ ਦੇ ਧਰਮ ਨਾਲੋਂ। ਗੁਆਂਢੀਆਂ ਦੇ ਧਰਮ ਵਿੱਚ ਜਿਹੜੀ ਭਗਤੀ ਆ ਉਹ ਨਵੇਕਲੇ ਥਾਂ ਜਾਣਾ, ਚੌਂਗੜੇ ਮਾਰਨੇ ਆ, ਹਾਂਜੀ, ਤੇ ਨੇਕਾਂ ਕਿਸਮ ਦੇ ਕਰਮਕਾਂਡ ਕਰਨੇ ਆ, ਤੇ ਉਹ ਉਹਨਾਂ ਵਾਸਤੇ ਭਗਤੀ ਆ। ਪਰ ਸਿੱਖਾਂ ਵਾਸਤੇ, ਮੇਰੇ ਵਾਸਤੇ ਗੁਣਾਂ ਵਾਲਾ ਜੀਵਨ ਜੀਣਾ ਹੀ ਮੇਰੇ ਲਈ ਭਗਤੀ ਆ। ਤੇ ਕਹਿੰਦੇ ਇਸ ਜਿਹੜੀ ਇਹ ਇਨਫੋਰਮੇਸ਼ਨ ਆ ਜਾਂ ਇਸ ਗੁਰੂ ਦਾ ਸਿਧਾਂਤ ਆ ਭਜਨ ਵਾਲਾ, ਕਹਿੰਦੇ ਇਹਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖੋ ਤੇ ਇਹ ਗੱਲ ਸਮਝੋਏ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨਹੀਂ, ਪਰਮਾਤਮਾ ਦੇ ਰੱਬੀ ਗੁਣ ਨਹੀਂ ਗਏ, ਮਾਨੋ ਕਿ ਉਸ ਮਨੁੱਖ ਨੇ ਆਪਣਾ ਜੀਵਨ ਵਰਥ ਖੋ ਲਿਆ, ਭਾਵ ਗਵਾ ਲਿਆ, ਵੇਸਟ ਕਰ ਲਿਆ, ਰਹਾਓ। ਤੇ ਉਹਦੇ ਉਲਟ ਹੋਰ ਕੀ ਲੋਕ ਕਰਦੇ ਨੇ? ਹਾਂਜੀ, ਭਜਨ ਦੀ ਬਜਾਏ ਜਿਹੜੇ ਹੋਰ ਕਰਤਵ ਕਰਦੇ ਨੇ ਉਹ ਕੀ ਕਰਦੇ ਨੇ? ਤੀਰਥ ਕਰਦੇ ਨੇ, ਤੀਰਥਾਂ ਦੀਆਂ ਯਾਤਰਾ ਕਰਦੇ ਨੇ, ਉੱਥੇ ਜਾ ਕੇ ਇਸ਼ਨਾਨ ਕਰਦੇ ਨੇ ਤੇ ਆਪਣੇ ਆਪ ਨੂੰ ਜਿਹੜੇ ਆਪਣੇ ਮਲ ਲੱਗੀ ਆ ਉਹਨੂੰ ਕਹਿੰਦੇ ਧੋ ਰਹੇ ਆ। ਅਸਲ 'ਚ ਜਿਹੜੀ ਮਲ ਲੱਗੀ ਆ ਉਹ ਮਨੁੱਖ ਦੇ ਮਨ ਨੂੰ ਲੱਗੀ ਹੋਈ ਆ, ਤੇ ਉਹ ਤੀਰਥਾਂ ਤੇ ਜਾ ਕੇ ਤੇ ਜਿਹੜੇ ਹਾਲੋ ਰਿਚੁਅਲ ਨੇ ਉਹ ਕਰਦੇ ਫਿਰਦੇ ਨੇ, ਹੋਰ ਕਈ ਕਿਸਮ ਦੇ ਵਰਤ ਰੱਖਦੇ ਨੇ,
ਪੁਨ ਰਾਖੇ ਨਾ ਮਨੁਆ ਬਸ ਜਾਂ ਕੋ। ਜਿਹੜੇ ਮਨੁੱਖ ਇਸ ਤਰ੍ਹਾਂ ਦੇ ਕਰਮ ਕਾਂਡ ਕਰਦੇ ਨੇ ਉਹਨਾਂ ਦਾ ਕਦੀ ਵੀ ਮਨ ਵਸ ਵਿੱਚ ਨਹੀਂ ਆਏਗਾ, ਕਿਉਂਕਿ ਮਨ ਨੂੰ ਵਸ ਕਰਨ ਵਾਸਤੇ ਗਿਆਨ ਚਾਹੀਦਾ ਵਾ। ਗੁਰੂ ਸਾਹਿਬ ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਜਿੰਨਾ ਚਿਰ ਇਹ ਗੁਰੂ ਨੂੰ ਧਾਰਨ ਨਹੀਂ ਕਰਦਾ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਆ, ਜਿੰਨਾ ਚਿਰ ਅਸੀਂ ਮੈਂ ਆਪਣਾ ਕੀਦਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਲਿਆਵਾਂਗਾ, ਉਹਨਾਂ ਚਿਰ ਮੇਰਾ ਮਨ ਜਿਹੜਾ ਵਸ ਵਿੱਚ ਨਹੀਂ ਆਏਗਾ। ਕਿਉਂਕਿ ਮਨ ਨੂੰ ਵਸ ਕਰਨ ਵਾਸਤੇ ਮਨੁੱਖ ਨੂੰ ਗੁਰਮਤ ਗਿਆਨ ਜਿਹੜਾ ਵਾ ਉਹ ਬੜਾ ਹੋਣਾ ਜ਼ਰੂਰੀ ਹੈ। ਨੇਫਲ ਧਰਮ ਤਾਹੇ ਤੁਮ ਮਾਨੋ, ਸਾਚ ਕਹਿਤ ਮੈਂ ਯਾਕੋ। ਨੇਫਲ ਧਰਮ ਦੇਖੋ, ਹੁਣ ਧਰਮ ਆ ਤੇ ਮੰਮੇ ਨੂੰ ਔਂਕੜ ਨਹੀਂ ਹੈਗਾ। ਧਰਮ ਦੇ ਇੱਥੇ ਅਰਥ ਆ ਬਹੁ ਵਚਨ ਹੈ। ਇਹ ਇੱਥੇ ਆ ਵੀ ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਗੁਣ ਨਹੀਂ ਗੇ, ਉਹਨਾਂ ਨੂੰ ਨੇਫਲ ਧਰਮ ਤਾਹੇ ਤੁਮ ਮਾਨੋ। ਜਿਨ੍ਹਾਂ ਮਨੁੱਖਾਂ ਦੇ ਕੋਲ ਗੁਣ ਨਹੀਂ ਗੇ ਤੇ ਉਹਨਾਂ ਦਾ ਜੀਵਨ ਜਿਹੜਾ ਜੀ ਰਹੇ ਨੇ ਉਹ ਨਿਫਲ ਆ। ਤੇ ਕਹਿੰਦੇ ਸਾਚ ਕਹਿਤ ਮੈਂ ਜਾਂ ਕੋ, ਇਹ ਮੈਂ ਸੱਚੀ ਗੱਲ ਬਿਆਨ ਕਰ ਰਿਹਾ ਵਾਂ ਕਿ ਜਿੰਨਾ ਚਿਰ ਮਨੁੱਖ ਦੇ ਕੋਲ ਗੁਣਾ ਰੂਪੀ ਹੀਰੇ ਨਹੀਂ ਹੋਣਗੇ, ਉਹਨਾਂ ਚਿਰ ਉਹਦਾ ਜਿਹੜਾ ਜਨਮ ਹੈ ਉਹ ਨਿਫਲ ਜਾਏਗਾ। ਤੇ ਗੁਰੂ ਸਾਹਿਬ ਫਿਰ ਉਦਾਹਰਨ ਦਿੰਦੇ ਆ ਵੀ ਉਹ ਮਨੁੱਖ ਕਿੱਦਾਂ ਦੇ ਨੇ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦੀ ਸ਼ੁਭ ਸਲਾਹ ਨਹੀਂ, ਪਰਮਾਤਮਾ ਦੇ ਗੁਣ ਨਹੀਂ। ਕਹਿੰਦੇ ਉਹ ਏਦਾਂ ਨਹੀਂ ਹੈ। ਇੰਟਰਪਸ਼ਨ ਕਾਲ ਸਿੰਘ ਜੀ, 1 ਮਿੰਟ ਹੋਲਡ ਕਰਿਓ। ਮੈਂ ਇਹ ਗਲਤ ਦੇਖ ਰਿਹਾ ਕਿ ਤੁਸੀਂ ਉਹਨੇ ਕਿਹਾ ਧਰਮ ਮੰਮੇ ਨੂੰ ਔਂਕੜ ਨਹੀਂ ਹੈ। ਹਾਂਜੀ, ਮੇਰੇ ਕੋਲ ਔਂਕੜ ਹੈਗਾ। ਮੇਰੇ ਕੋਲ ਇਹ ਹੈਗਾ, ਕਿਸੇ ਕੋਲ ਮੇਰੇ ਕੋਲ ਵੀ ਹੈ, ਹੈਗਾ ਔਂਕੜ ਹੈ। ਤੁਸੀਂ ਪਤਾ ਨਹੀਂ ਕਿਹੜਾ ਐਪ ਦੇਖ ਰਹੇ ਹੋ ਕਾਰ ਸਿੰਘ ਜੀ। ਹਾਂ, ਆਈ ਗੁਰਬਾਣੀ ਵਿੱਚ ਨਹੀਂ ਹੈ ਔਂਕੜ। ਆਈ ਗੁਰਬਾਣੀ ਚ ਨਹੀਂ ਜੇ। ਆਈ ਗੁਰਬਾਣੀ ਵਿੱਚ ਅਸੀਂ ਗਏ ਨਹੀਂ। ਸੋ ਆਪਣਾ ਸਿਮਰਤ ਜੀ ਤੁਹਾਡੇ ਕੋਲ ਕਰਤਾਰ ਸਿੰਘ ਹੈ, ਆਪਣਾ ਹਰਬੰਸ ਸਿੰਘ। ਮੈਂ ਉਹ ਦੇਖ ਲੈਣੀ ਆ, ਪਰ ਮੈਂ ਵੈਸੇ STTM ਖੋਲਿਆ ਸੀ, ਉਹਦੇ ਵਿੱਚ ਹੈਗਾ, ਮੈਂ ਉਹਦੇ ਵਿੱਚ ਵੀ ਦੇਖ ਦੇਣੀ ਆ ਤੁਹਾਨੂੰ। ਅੱਛਾ, STTM ਚ ਹੈਗਾ। ਸੌਰੀ ਕਾਰ ਸਿੰਘ ਜੀ, ਮੈਂ ਇਹ ਗੱਲ ਦੀ ਇਹਨਾਂ ਐਪਾਂ ਦੇ ਵਿੱਚ ਬੜੀ ਗੜਬੜ ਹੈ। ਸਾਨੂੰ ਅਸੀਂ ਉਹਦੇ ਹਿਸਾਬ ਚ ਤੁਰ ਪੈਨੇ ਆ ਐਂਡ ਇਟਸ ਨਾਟ ਆਵਰ ਫਾਲਟ। ਉਹਦੇ ਹਰਬੰਸ ਸਿੰਘ ਹੋਰਾਂ ਕੋਲ ਵੀ ਹੈਗਾ। ਫਿਰ ਕਾਰ ਸਿੰਘ ਜੀ ਅਸੀਂ ਲੈ ਕੇ ਚੱਲਾਂਗੇ ਕਿ ਹੈਗਾ। ਚਲੋ ਫਿਰ ਮੈਂ ਥੋੜਾ ਚੇਂਜ ਕਰ ਲਵਾਂ ਆਪਣੀ। ਹਾਂ, ਇੱਥੇ ਧਰਮ ਜਿਹੜਾ ਹੈ ਉਹ ਆ ਜਾਏਗਾ, ਉਹਨਾਂ ਦਾ ਬਿਲੀਫ ਸਿਸਟਮ ਜਿਹੜਾ ਚੱਲਦਾ ਪਿਆ। ਸਿੰਗਲ 1 ਮਿੰਟ ਸਰ, ਸੌਰੀ, ਕੋਈ ਗੱਲ ਨਹੀਂ। ਇਹ ਫਿਰ ਨਹੀਂ ਤੇ ਬਾਅਦ ਚ ਸਾਰੀ ਗੱਲ ਦੁਬਾਰੇ ਕਰਨੀ ਪੈਣੀ ਸੀ ਨਾ। नेफल धर्म ताहे तुम मानो, साच कहत मैं याको। धर्म ताहे तुम मानो। हाँ जी, ਹਾਂਜੀ, ਇੱਥੇ ਜਿਹੜਾ ਹੈਗਾ ਵਾ ਗੁਰਬਾਣੀ ਐਨੀਵੇਅਰ, ਉਹਦੇ ਵਿੱਚ ਵੀ ਹੈਗਾ ਵਾ ਮੰਮੇ ਨੂੰ ਔਂਕੜ। ਹਾਂ, ਫਿਰ ਉਹ ਇੱਕ ਦੀ ਐਪ ਦੀ ਗਲਤੀ ਹੋਣੀ ਨਾ। ਆਈ ਗੁਰਬਾਣੀ ਚ ਹੈਗੀਆਂ ਕੁਝ ਮਿਸਟੇਕਸ। ਨਹੀਂ ਭੈਣ ਜੀ, ਇਹਦੇ ਚ ਵੀ ਹੈਗੀਆਂ ਜੇ, ਈਸ਼ਰ ਚ ਵੀ। ਈਸ਼ਰ ਚ ਬਹੁਤ ਜ਼ਬਰਦਸਤ ਨੇ ਕਈ ਥਾਵਾਂ ਤੇ। ਸੋ ਨੋ ਐਪ ਇਜ਼ ਪਰਫੈਕਟ, ਕਿਉਂਕਿ ਮੈਨ ਮੇਡ ਹੈ ਨਾ। ਗਲਤੀ ਲਗਾ ਮਾਤਰਾ ਦੀ ਕਿਧਰੇ ਵੀ ਹੋ ਸਕਦੀ ਹੈ। ਹਾਂਜੀ, ਸੌਰੀ ਜੀ। ਕੋਈ ਗੱਲ ਨਹੀਂ, ਥੈਂਕ ਯੂ। ਆਈ ਥਿੰਕ ਆਈ ਗਾਟ ਨਾउ। ਤੇ ਕਹਿੰਦੇ ਵੀ ਸੱਚੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਇਹ ਜਿਹੜਾ ਨਾ, ਇਹ ਜਿੱਦਾਂ ਦੇ ਮਨੁੱਖ ਰਿਚੁਅਲ ਕਰਦੇ ਨੇ, ਇਹ ਬੇਅਰਥ ਨੇ, ਇਹ ਨੇਫਲ ਨੇ। ਇਹਨਾਂ ਦਾ ਮਨੁੱਖ ਨੂੰ ਕੋਈ ਸਪਿਰਿਚੁਅਲ ਬੈਨੀਫਿਟ ਤਾਂ ਨਹੀਂ ਹੋਣ ਲੱਗਾ। ਇਹ ਜ਼ਰੂਰ ਆ, ਉਹ ਮਨੁੱਖ ਨੂੰ ਥਕਾਵਟ ਪ੍ਰਾਪਤ ਹੋਏਗੀ, ਉਹਦਾ ਖਰਚਾ ਵਰਚਾ ਹੋਏਗਾ, ਪਰ ਉਹਨਾਂ ਰੱਬ ਨਾਲ ਨਹੀਂ ਸਾਂਝ ਬਣਨ ਲੱਗੀ। ਕਿਉਂਕਿ ਤੀਰਥ ਕਰੇ ਵਰਤ ਫੁਨ ਰਾਖੇ, ਨਾ ਮਨੁਆ ਬਸ ਜਾਂ ਕੋ। ਇਹ ਗੁਰੂ ਸਾਹਿਬ ਕਹਿੰਦੇ ਨੇ ਹਾਲ ਵਿੱਚ ਰਿਚੂਅਲ ਨੇ, ਇਹਨਾਂ ਪਿੱਛੇ ਨਹੀਂ ਜਾਣਾ ਚਾਹੀਦਾ। ਜੈਸੇ ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੇ ਨਾਹੇ ਤੇ ਪਾਣੀ। ਗੁਰੂ ਸਾਹਿਬ ਕਹਿੰਦੇ ਵੀ ਜਿਸ ਤਰ੍ਹਾਂ ਪੱਥਰ ਨੂੰ ਕੋਈ ਜਿੰਨਾ ਚਿਰ ਮਰਜ਼ੀ ਉਹਨੂੰ ਪਾਣੀ 'ਚ ਡੁੱਬੀ ਰੱਖੋ
ਤੇ ਜਦੋਂ ਉਹਨੂੰ ਬਾਹਰ ਕੱਢਾਂਗੇ ਤਾਂ ਉਸੇ ਵੇਲੇ ਸੁੱਕ ਜਾਂਦਾ ਵਾ। ਸਿਮਿਲਰਲੀ ਮੇਰੀ ਵੀ ਇਹ ਅਵਸਥਾ ਵਾ ਵੀ ਜੇ ਮੈਂ ਗੁਰਦੁਆਰੇ ਜਾਂਦਾ ਵਾਂ ਤੇ ਜਦੋਂ ਮੈਂ ਉੱਥੇ ਸੰਗਤ ਵਿੱਚ ਬੈਠਾ ਹੁੰਦਾ, ਉਹਨਾਂ ਚਿਰ ਥੋੜਾ ਬਹੁਤਾ ਮੈਨੂੰ ਕੋਈ ਠੰਡਕ ਪੈਦਾ ਹੁੰਦੀ ਆ। ਤੇ ਜਦੋਂ ਫਿਰ ਮੈਂ ਬਾਹਰ ਆ ਜਾਣਾ ਤੇ ਹਫ਼ਤੇ ਬਾਅਦ ਜਾਂਦਾ ਵਾਂ ਤੇ ਉਹ ਪੂਰਾ ਹਫ਼ਤਾ ਜੋ ਮੇਰਾ ਸੁੱਕਾ ਹੀ ਹੁੰਦਾ ਐ, ਜਿਸ ਤਰ੍ਹਾਂ ਪੱਥਰ ਨਹੀਂ ਸੁੱਕਾ ਹੁੰਦਾ ਤੇ ਗਰਮੀ ਤੋਂ ਤੇ ਸੂਰਜ ਜਦੋਂ 12-1-2 ਵੱਜਦੇ ਨੇ ਤੇ ਪੱਥਰ ਬੜਾ ਤਪ ਜਾਂਦਾ। ਸਿਮਿਲਰਲੀ ਮੈਂ ਵੀ ਰਾਮ ਭਜਨ ਤੋਂ ਬਗੈਰ ਇਦਾਂ ਤਪਿਆ ਜੀਵਨ ਜੀਂਦਾ ਵਾਂ। ਹਾਂਜੀ, ਤੇ ਮੇਰਾ ਵੀ ਪੱਥਰ ਵਾਲਾ ਹਿਸਾਬ ਆ। ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਣੀ। ਜਿਹੜੇ ਮਨੁੱਖ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦੇ ਸਿਫਤਸਲਾਹ ਰੱਬੀ ਗੁਣ ਨਹੀਂ ਹੈਗੇ, ਜਿਨ੍ਹਾਂ ਕੋਲ ਸੱਚੀ ਜੀਵਨ ਜਾਚ ਨਹੀਂ ਹੈਗੀ, ਉਹਨਾਂ ਦਾ ਗੁਰੂ ਸਾਹਿਬ ਕਹਿੰਦੇ ਨੇ ਉਹ ਇਦਾਂ ਦੇ ਹੀ ਨੇ ਪ੍ਰਾਣੀ ਜਿੱਦਾਂ ਦਾ ਪੱਥਰ ਹੁੰਦਾ। ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੇ। ਹੁਣ ਗੁਰੂ ਸਾਹਿਬ ਰੈਮਡੀ ਦੱਸਦੇ ਨੇ ਵੀ ਜੇ ਕਿਸੇ ਮਨੁੱਖ ਨੇ ਪ੍ਰਮਾਤਮਾ ਨਾਲ ਆਪਣੀ ਸਾਂਝ ਬਣਾਉਣੀ ਆ, ਮਾਇਆ ਦੇ ਪ੍ਰਭਾਵ ਤੋਂ ਬਚਣਾ ਵਾ ਤੇ ਮੁਕਤ ਜੀਵਨ ਜੀਣਾ ਵਾ, ਜਿੱਥੇ ਇਹ ਆਪਣੇ ਆਪ ਨੂੰ ਥੋੜਾ ਬਹੁਤਾ ਕੰਫਰਟੇਬਲ ਮਹਿਸੂਸ ਕਰੇ, ਮਾਇਆ ਦੇ ਪ੍ਰਭਾਵ ਤੋਂ ਬਚਿਆ ਰਵੇ, ਤੇ ਕਹਿੰਦੇ ਆ ਉਹ ਜਿਹੜੀ ਚੀਜ਼ ਆ ਉਹ ਗੁਰੂ ਸਾਹਿਬ ਹੀ ਭੇਦ ਦੱਸਦਾ ਵਾ। ਤੇ ਗੁਰੂ ਸਾਹਿਬ ਜਦੋਂ ਕਿਸੇ ਮਨੁੱਖ ਨੂੰ ਗੁਰਮਤਿ ਦਿੰਦੇ ਨੇ ਤੇ ਉਹ ਮਨੁੱਖ ਦਾ ਜੀਵਨ ਜਿਹੜਾ ਸੁਚੱਜਾ ਹੋ ਜਾਂਦਾ, ਉਸ ਨੂੰ ਮਾਇਆ ਦੀ ਚਾਲ ਦੀ ਸਮਝ ਆ ਜਾਂਦੀ ਆ। ਉਸ ਮਨੁੱਖ ਦਾ ਮਨ ਮਾਇਆ ਦੀ ਚਾਲ ਤੋਂ ਆਪਣਾ ਪਾਸਾ ਕਰਨਾ ਸ਼ੁਰੂ ਕਰ ਦਿੰਦਾ। ਹਾਂਜੀ, ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ। ਹੇ ਨਾਨਕ, ਉਹੀ ਮਨੁੱਖ ਸੁਚੱਜਾ ਵਾ, ਉਹੀ ਮਨੁੱਖ ਮਹਾਨ ਆ ਜੋ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਹੁਣ ਇਹ ਵੇਖਣਾ ਵਾ ਮੇਰੀ ਟੇਕ ਕੀ ਇਹਦੇ ਵਾਸਤੇ। ਇੱਕ ਵੇ ਫॉर मी, ਸੋ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਪੰਕਤੀ ਦੇ ਵਿੱਚ ਮੈਸੇਜ ਦਿੱਤਾ ਵਾ ਉਹ ਗੁਣ ਗਾਉਣ ਵਾਸਤੇ ਕਿਹਾ। ਗੁਰੂ ਸਾਹਿਬ ਨੇ ਵੀ ਜਿਹੜੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਗਾਉਂਦੇ ਰਹਿੰਦੇ ਨੇ ਗਾਹੇ ਬਗਾਹੇ, ਜਦੋਂ ਵੀ ਟਾਈਮ ਲੱਗਦਾ, ਹਰ ਵੇਲੇ ਕਹਿਣ ਦਾ ਭਾਵ ਆ ਉਹ ਮਨੁੱਖ ਜਿਹੜੇ ਆ ਉਹ ਮਾਇਆ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਨੇ ਤੇ ਉਹਨਾਂ ਨਾਲ ਸੱਚੇ ਪਾਤਸ਼ਾਹ ਦੀ ਸਾਂਝ ਬਣੀ ਰਹਿੰਦੀ ਆ ਤੇ ਉਹ ਮਾਲਕ ਨੂੰ ਆਪਣੀ ਹਜ਼ੂਰੀ ਵਿੱਚ ਆਪਣੇ ਅੰਗ ਸੰਗ ਹੀ ਮਹਿਸੂਸ ਕਰਦੇ ਆ। ਕਿਉਂਕਿ ਜਿੰਨਾ ਚਿਰ ਮਨੁੱਖ ਗੁਣ ਗਾਵੇਗਾ ਇਹ ਰਹੱਸ ਦੇ ਵਿੱਚ ਆ ਕੇ ਤੇ ਉਹਨਾਂ ਗੁਣਾਂ ਦੇ ਵਿੱਚ ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਉਹਨਾਂ ਗੀਤਾਂ ਦੇ ਵਿੱਚ, ਇਸ ਕਰਕੇ ਉਹ ਮਨੁੱਖ ਪਰਮਾਤਮਾ ਨਾਲ ਜੁੜਿਆ ਰਹਿੰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Anyone wants to add on it? ਹਾਂਜੀ, ਭੁਪਿੰਦਰਜੀਤ ਜੀ। Ji, Benji, 1 minute. I'm not adding, I just got some clarification or a comment to make. Guru Tegh Bahadur was anointed Guru more than 200 years after Guru Nanak was born. In this 200 years, Guru Tegh Bahadur is still mentioning about don't go to Tirath to bathe. लगदा कि जितना कि वो गल पिछले गुरुआं ने कीती हुई आ, आई हुई आ, गुरु अर्जन देव जी ने पोथी साहिब तैयार कीती सीगी, अजे भी अमल नहीं होया कि तीरथां ते आपां जाना नहीं गा ते ये काम सारे वास्ते इट्स नॉट बेनिफिशियल। पहली गल। दूसरी गल है कि कैन यू स्पेंड a few minutes about Kal Yug? Again, is this, I guess it's the Gwanyandi philosophy about Kal Yug, but it's mentioned in our Bani, maybe in reference, and maybe that time people understood what Kal Yug is. What exactly is Kal Yug? What are the different yogs, and when is this going to finish? Because some say this is still Kal Yug after so many centuries. Yeah. Well, we can talk about Kal Yug on a separate session. The reason being, I do have a tabulatory system that I have made, tabulation, that will affect, it is all correlated. Of course, bottom line, of course, it is from the neighbors. It's not our system, but not to leave it just like that, because you have questioned and it tingles so many minds in the group. 13ਵੀਂ ਪੌੜੀ ਆਸਾ ਦੀ ਵਾਰ ਦੀ ਇਸ ਗੱਲ ਨੂੰ ਹਾਈਲਾਈਟ ਕਰਦੀ ਆ ਕਿ ਯੁੱਗ ਫਿਲਾਸਫੀ ਜਿਹੜੀ ਹੈ
ਉਹ ਕੁਛ ਨਹੀਂ ਹੈ। ਬੇਸਿਕਲੀ ਗੁਰੂ ਨਾਨਕ ਫਿਲਾਸਫੀ ਇਜ਼ ਕਿ ਜਦੋਂ ਮੇਰਾ ਸਰੀਰ ਤੇ ਮਨ ਦੋ ਚੀਜ਼ਾਂ ਨੇ, ਅਸੀਂ ਅੱਗੇ ਵੀ ਗੱਲ ਕੀਤੀ ਹੈ ਕਿ ਮਨ ਜਿਹੜਾ ਹੈ ਸਰੀਰ ਕੋਲੋਂ ਕੰਮ ਕਰਾਉਂਦਾ ਹੈ, ਥਾਟ ਪ੍ਰੋਸੈਸ ਸਾਰਾ ਮਨ ਦਾ ਹੁੰਦਾ ਹੈ, ਮਨ ਇਜ਼ ਦਾ ਮਾਸਟਰਮਾਈਂਡ। ਸੋ ਪਾਤਸ਼ਾਹ ਕਹਿੰਦੇ ਨੇ ਕਿ ਇਸ ਜੇ ਮੈਨੂੰ ਚੈਰਿਟ ਮੰਨ ਲਾ, ਇਫ ਆਈ ਕੰਸੀਡਰ ਇਟ ਚੈਰਿਟ, ਤੇ ਜਿਹੜਾ ਚੈਰਿਟ ਆ ਉਹ ਮੇਰਾ ਸਰੀਰ ਆ, ਤੇ ਉਹਦਾ ਜਿਹੜਾ ਡਰਾਈਵਰ ਆ ਉਹ ਜਿਹੜਾ ਚੈਰਿਟੀਅਰ ਹੈ ਉਹ ਮੇਰਾ ਮਨ ਹੈ। ਸੋ ਜਦੋਂ ਮੇਰਾ ਮਨ ਕਹਿੰਦਾ ਹੈ ਭਈ ਅੱਛਾ ਵੀ ਹੁਣ ਮੈਂ ਪਾਠ ਕਰਦਾ ਪਿਆ, ਮਨ ਮੰਨ ਗਿਆ, ਪਾਠ ਕਰ ਰਿਹਾ ਹੈ, ਸਾਰਾ ਕੁਝ ਧਰਮ ਚ ਗੱਲ ਕਰ ਰਿਹਾ ਹੈ, ਤੇ ਕਹਿੰਦੇ ਜਿਸ ਵੇਲੇ ਮਨੁੱਖਾ ਤੇਰਾ ਮਨ ਜਿਹੜਾ ਹੈ ਨਾ ਉਹਦੇ ਚ ਕਹਿੰਦੇ ਨੇ ਇਹ ਨਾਨਕ ਮੇਰ ਸਰੀਰ ਕਾ ਇੱਕ ਰਥ ਕਰਤਵਾ। ਇਸ ਮੇਰ ਮੀਨਸ ਸ਼ਿਰੋਮਣੀ ਜਿਹੜੀ ਹੈ ਸਾਨੂੰ ਜੂਨ ਮਿਲੀ ਕਾਇੰਡਾ, ਇਹਦੇ ਚ ਇੱਕ ਇਹਦਾ ਰੱਥ ਹੈ ਤੇ ਇੱਕ ਰਥਵਾਨ ਹੈ। ਰੱਥ ਹੈ ਸਰੀਰ ਬਾਡੀ ਜਿਹੜੀ ਐਕਟ ਕਰਦੀ ਹੈ, ਤੇ ਰਥਵਾਨ ਜਿਹੜਾ ਮਨ ਹੈ। ਜੁਗ ਜੁਗ ਫੇਰ ਵਟਾਈਆਂ ਗਿਆਨੀ ਬੁੱਝੇ ਤਾਂ ਇਹ ਜੁਗਾਂ ਦੇ ਫੇਰ ਦੇ ਵਿੱਚ ਮਨ ਦੀ ਡਿਸਪੋਜੀਸ਼ਨ, ਮਨ ਦਾ ਥਾਟ ਪ੍ਰੋਸੈਸ ਬਦਲਦਾ ਹੈ ਤੇ ਸਰੀਰ ਉਹਦੇ ਅਕੋਰਡਿੰਗਲੀ ਐਕਟ ਕਰਦਾ ਹੈ। ਕਿਸੇ ਗਿਆਨੀ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਇੰਸਟੈਂਟੇਨੀਅਸਲੀ। ਜਿਸ ਤਰ੍ਹਾਂ ਮੇਰਾ ਮਨ ਕਲਪਨਾ ਦੇ ਵਿੱਚ ਹੈ, ਔਖਾ ਹੋਇਆ ਦਾ, ਲੜਿਆ ਬੈਠਾ ਹੈ, ਤੇ ਮੇਰਾ ਸਰੀਰ ਜਿਹੜਾ ਉਹ ਕਦੀ ਵੀ ਰੱਬ ਦੀ ਗੱਲ ਨਹੀਂ ਕਰੇਗਾ, ਉਹ ਕਲਯੁਗੀ ਸੁਭਾਅ ਚ ਗੱਲ ਕਰੇਗਾ। ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾ। ਜਿਸ ਵੇਲੇ ਮੇਰਾ ਮਨ ਟੋਟਲ ਕੂੜ ਦੇ ਵਿੱਚ ਹੈ ਤੇ ਮੇਰਾ ਸਰੀਰ ਜਿਹੜਾ ਹੈ ਉਹ ਕਲਯੁਗ ਦੇ ਵਿੱਚ ਵਿਚਰ ਰਿਹਾ। ਜਿਸ ਵੇਲੇ ਮੇਰਾ ਮਨ ਸਤਯੁਗ ਦੇ ਵਿੱਚ ਹੈ, ਰੱਬ ਕਰ ਰਿਹਾ, ਤੇ ਮੇਰਾ ਸਰੀਰ ਵੀ ਜਿਹੜਾ ਹੈ ਉਹ ਵੀ ਸੰਤੋਖ ਦੇ ਵਿੱਚ ਹੈ। ਸਤਯੁਗ ਰੱਥ ਸੰਤੋਖ ਕਾ ਸਤ ਅਗੇ ਰਥਵਾ। ਸੋ ਇਸ ਤਰ੍ਹਾਂ ਜਦੋਂ ਤੁਸੀਂ ਉਹਨੂੰ ਰੈਫਰ ਬੈਕ ਕਰੋਗੇ, ਵੀ ਵਿਲ ਟੇਕ ਇਟ ਔਨ ਸਮ ਡੇ, ਤੇ ਬੱਗਾ ਰਤਾ ਪੀਲਾ ਕਾਲਾ ਬੇਦਾਂ ਕਰੀ ਵਿਚਾਰ, ਇਹ ਵੀ ਉਹਨਾਂ ਦਾ ਗੁਆਂਢੀਆਂ ਦਾ ਮਤ ਸੀ। ਫਿਰ ਉਹਨਾਂ ਨੇ ਇਹਦੇ ਸਾਲ ਗਿਣ ਲਏ ਬਾਮਣੀ ਕਰਮ ਚ, ਪਈ 2,32,000 ਦਾ ਸਤਯੁਗ, ਫਿਰ ਉਹਨੂੰ ਡਬਲ ਕਰੀ ਗਏ 4,64,000 ਤੇ 8 ਲੱਖ ਸਮਥਿੰਗ 28,000 ਤੇ 16 ਲੱਖ 56,000। ਇਹ ਹਰ ਇੱਕ ਦੀ ਉਮਰ ਦੇ ਦਿੱਤੀ ਉਹਨਾਂ ਨੇ ਜੁਗਾਂ ਦੀ ਐਂਡ ਆਲ। So just a brush touch, but to the bottom line is ਇਹ ਮੇਰੇ ਮਨ ਦੀ ਅਵਸਥਾ ਹੈ ਕਲਯੁਗ। ਤੇ ਜਦੋਂ ਮੇਰਾ ਮਨ ਵਿਕਾਰਾਂ ਦੇ ਵਿੱਚ ਵੇੜਿਆ ਹੋਇਆ ਉਸ ਵੇਲੇ ਕਲਯੁਗ ਹੈ। ਪਾਤਸ਼ਾਹ ਜਦੋਂ ਕਹਿੰਦੇ ਨੇ ਅਬ ਕੱਲੂ ਆਇਓ ਰੇ, ਤੇਰਾ ਮਨ ਕਲਯੁਗ ਦੇ ਵਿੱਚ ਜਾਂਦਾ ਪਿਆ, ਓਏ ਦੇਖੀ ਨਾਮ ਬੋਵੋ, ਆਪਣੇ ਲਈ ਬੀਜ ਜਿਹੜਾ ਹੈ ਨਾਮ ਦਾ ਪਲ ਹੈ। ਠੀਕ ਹੈ ਜੀ, that is done। ਤੇ ਇੱਕ ਤੁਸੀਂ ਹੋਰ ਕੀ ਗੱਲ ਕਹੀ ਸੀ, ਸੌਰੀ ਮਾਫ ਕਰਨਾ ਯਾਰ। 200 ਸਾਲ ਮਗਰੋਂ ਅਜੇ ਵੀ ਤੀਰਥਾਂ ਦੀ ਗੱਲ ਕਰ। ਹਾਂਜੀ ਸੌਰੀ, ਨਹੀਂ ਗੱਲ ਇਹ ਹੈ ਅੱਜ 500 ਸਾਲ ਮਗਰੋਂ ਵੀ ਉਹੀ ਹਾਲ। ਅੱਜ ਤੇ ਅਸੀਂ ਜਾਣ ਬੁੱਝ ਕੇ ਵਿਦਾਊਟ ਨੋਇੰਗ ਦਾ ਫੈਕਟ ਜਾ ਰਹੇ ਹਾਂ, ਪਰ ਖਿਆਲ ਰਹੇ ਉਦੋਂ ਜਿਨ੍ਹਾਂ ਚੋਂ ਗੁਰੂ ਸਾਹਿਬ ਗੱਲਾਂ ਇਧਰਲੇ ਪਾਸੇ ਲਿਆ ਰਹੇ ਸਨ, ਉਹ ਸਾਰੇ ਦੇ ਸਾਰੇ ਉਸ ਮਨੌਤ ਨੂੰ ਮੰਨਣ ਵਾਲੇ ਸਨ। Does this make sense? They were firm believer of that system, that philosophy, that theology. And Guru Sahib kept on saying, "Oh, idhar na jao, idhar na." ਜਿਨ੍ਹਾਂ ਨੂੰ ਗੱਲ ਸਮਝ ਆ ਗਈ ਉਹ ਨਹੀਂ ਗਏ, ਉਹ ਇਸ ਪਾਸੇ ਆ ਗਏ, ਗੁਰੂ ਕੇ ਬਣ ਗਏ। ਜਿਹੜੇ ਹਾਲੇ ਵੀ ਕਰੀ ਗਏ ਉਹ ਉੱਥੇ ਦੇ ਉੱਥੇ ਹੀ ਰਹਿ ਗਏ। ਸੋ ਮਚ ਸੋ ਕਿ ਤੀਸਰੇ ਪਾਤਸ਼ਾਹ ਆਪ ਉਹਨਾਂ ਦੇ ਵਿੱਚੋਂ ਸਨ, ਲਾਈਵ ਐਗਜ਼ਾਮਪਲ ਅਦਰਨੈਸ ਚੋਂ। ਤੇ ਜਦੋਂ ਉਹ ਇਸ ਪਾਸੇ ਆ ਗਏ ਵਨਨੈਸ ਦੇ ਵਿੱਚ, ਤੇ ਫਿਰ ਉਹਨਾਂ ਨੇ ਇੱਕ, ਅਸੀਂ ਇਸ ਕਲਾਸ 'ਚ ਗੱਲ ਕੀਤੀ ਹੋਈ ਹੈ, ਤੁਖਾਰੀ ਰਾਗ ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਉਚਾਰਿਆ ਸੀ ਚੌਥੇ ਪਾਤਸ਼ਾਹ ਨੇ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਨ ਅਰਥਾ। ਤੀਸਰੇ ਪਾਤਸ਼ਾਹ ਅਗੇਨ ਵੈਂਟ ਟੂ ਦੈਟ ਰਾਊਟ ਟੂ ਚੈੱਕ ਕਿ ਜਿਹੜੇ ਮੇਰੇ ਨਾਲ ਜਦੋਂ ਮੈਂ ਜਾਂਦਾ ਹੁੰਦਾ ਸਾਂ 22 ਵਰੇ, ਉਹ ਸਾਰਿਆਂ ਨੂੰ ਹੁਣ ਮੈਂ ਅਕਲ ਦਿਆਂ ਜਾ ਕੇ। So Guruji had been doing that rigorously time and again,
ਇਹ ਤੇ ਸੀਗੇ ਉਹ ਜਿਹੜੇ ਉਹ ਦੂਜੀ ਮੱਤ ਦੇ ਸਨ। ਅਸੀਂ ਤੇ ਚੰਗੇ ਭਲੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਅਸੀਂ ਵੀ ਤੇ ਜਾਣੇ ਆ। I mean, that's another additional question for you to fathom, right? Okay. Could we talk about what you said? Or am I nearing the point? Yeah. Okay, thank you. ਹੋਰ ਕਿਸੇ ਦੀ? ਹਾਂ ਭੈਣ ਜੀ, ਸਿਮਰਤ ਭੈਣ ਜੀ, ਸੌਰੀ। ਨਹੀਂ, ਮੈਂ ਇਸ ਸ਼ਬਦ ਦੀ ਵਿਚਾਰ ਦੇ ਵਾਸਤੇ ਹੀ ਦੇਖ ਰਹੀ ਸੀ ਕਿ ਜਾ ਮੈਂ ਭਜਨ ਰਾਮ ਕੋ ਨਹੀਂ, तेना जन्म कारथ खोया, यह राखो मन माही। ਵੀ ਗੁਰੂ ਸਾਹਿਬ ਕਿੰਨਾ ਜਿਹੜੀ ਗੱਲ ਚੇਤੇ ਰੱਖਣ ਵਾਲੀ ਦਾ ਤੁਹਾਨੂੰ ਦੱਸ ਰਹੇ ਨੇ ਕਿ ਬਈ ਇੱਕ ਹਾਂਜੀ ਗਾਰੰਟੀਡ ਹਾਂਜੀ ਬਈ ਇੱਕ ਚੀਜ਼ ਰੱਖ ਨੂੰ ਆਪਣੇ ਮਨ ਵਿੱਚ ਪੱਕੀ ਗੰਢ ਬੰਨ ਕੇ ਰੱਖ ਕਰ ਲਓ ਕਿ ਬਈ ਜੇ ਤੇਰੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਤੇ ਜਿੰਨਾ ਵੀ ਇਹ ਜਨਮ ਹੈ, ਆਪਣਾ ਜਿਹੜਾ ਵਕਤ ਹੈ, ਤੂੰ ਜਿਹੜਾ ਤੈਨੂੰ ਅਮੁੱਲਾ ਸਮਾਂ ਮਿਲਿਆ ਸੀ, ਤੂੰ ਉਹਨੂੰ ਅਕਾਰਤ ਖੋਇਆ, ਵਿਅਰਥ ਖੋ ਦਿੱਤਾ। ਤੇ ਜਿਹੜਾ ਕਿ ਬਈ ਫਿਰ ਜਿਵੇਂ ਉਹਨਾਂ ਨੇ ਦੱਸਿਆ ਵੀ ਜੀ ਨੇ ਬਈ ਤੀਰਥ ਵਰਤ ਜਿਹੜੇ ਇਹ ਉਹਨਾਂ ਦਾ ਜੋ ਬਿਲੀਫ ਸਿਸਟਮ ਹੈ, ਉਹ ਜਿਹੜਾ ਉਹਨਾਂ ਦਾ ਧਰਮ ਬਣਿਆ ਹੋਇਆ, ਉਹ ਉਹਨਾਂ ਨੇ ਆਪਣੇ ਜੀਵਨ ਦੀ ਜੁਗਤੀ ਬਣਾਈ ਹੋਈ ਹੈ ਬਈ ਉਹ ਜਿਹੜਾ ਹੈ ਸਾਰਾ ਉਹਦਾ ਕੋਈ ਫਾਇਦਾ ਨਹੀਂ ਹੈ। ਤੇ ਜਿਹੜਾ ਦੂਜਾ ਪਤਾ ਹੈ ਨਾ ਕਿ ਬਈ ਜੈਸੇ ਪਾਹਨ ਜਲ ਮੈਂ ਰੱਖਿਓ, ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਭੇਦਾ ਹੈ ਨਾ ਹੀ ਤੇ ਪ੍ਰਾਣੀ, ਮਤਲਬ ਕਿ ਪੱਥਰ ਜਿਹੜਾ ਹੈ ਉਹਨੂੰ ਭਾਵੇਂ ਪਾਣੀ ਦੇ ਵਿੱਚ ਰੱਖੋ, ਉਹ ਬਾਹਰੋਂ ਗਿੱਲਾ ਨਜ਼ਰ ਆਉਂਦਾ ਹੈ ਲੇਕਿਨ ਅੰਦਰ ਕੁਝ ਨਹੀਂ ਜਾਂਦਾ, ਅੰਦਰੋਂ ਸੁੱਕੇ ਦਾ ਸੁੱਕਾ, ਵੀ ਉਹਦੇ ਅੰਦਰ ਤੱਕ ਉਹ ਜਾਂਦਾ ਨਹੀਂ ਹੈ। ਇਹਦਾ ਮਤਲਬ ਕਿ ਜਿੰਨੇ ਵੀ ਤੁਸੀਂ ਆਪਣੇ ਧਰਮ ਕਰਮ ਕਰ ਰਹੇ ਹੋ, ਭਾਵੇਂ ਤੁਸੀਂ ਜਿਹੜੇ ਵੀ ਕੰਮ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਜੇ ਤੁਹਾਡੇ ਅੰਦਰ ਤੱਕ ਵਸਿਆ ਹੋਇਆ ਨਹੀਂ ਹੈ, ਤੇ ਜੇ ਉਹ ਅੰਦਰ ਤੁਹਾਡੇ ਵਸ ਨਹੀਂ ਸਕਦਾ, ਜੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਉਹਨੂੰ ਤੁਸੀਂ ਤੁਹਾਡਾ ਜਿਹੜਾ ਕਠੋਰ ਜਿਵੇਂ ਤੁਹਾਡਾ ਹੋ ਜਾਂਦਾ ਹੈ, ਤੁਸੀਂ ਉੱਪਰਲਾ ਤੁਹਾਡਾ ਨਜ਼ਰ ਆਉਂਦਾ, ਪਰ ਅੰਦਰ ਨਹੀਂ ਵਸਿਆ ਤੇ ਉਹ ਅੰਦਰੋਂ ਨਹੀਂ ਭੇਦਿਆ ਜਾਏਗਾ, ਅੰਦਰੋਂ ਨਹੀਂ ਤੁਹਾਡੇ ਰਸ ਜਿਹੜਾ ਅੰਦਰ ਨਹੀਂ ਜਾਏਗਾ। ਸੋ ਉਹ ਮਤਲਬ ਕਿ ਤੁਹਾਡੇ ਜੀਵਨ ਦੇ ਵਿੱਚ ਉਹ ਪ੍ਰਫੁੱਲਿਤ ਨਹੀਂ ਹੋਏਗਾ। ਵੀ ਉਸੇ ਤਰ੍ਹਾਂ ਹੀ ਜਿਹੜਾ ਜਿਸ ਦੇ ਕੋਲ ਜਿਹੜਾ ਭਗਤ ਤੋਂ ਹੀਨ ਹੈ, ਪਰਮਾਤਮਾ ਦੀ ਭਗਤੀ ਜਿਹਦੇ ਅੰਦਰ ਜਿਹਦੇ ਨਾਮ ਨਹੀਂ ਵਸਿਆ, ਉਹਦੇ ਅੰਦਰ ਤੱਕ ਉਹ ਨਹੀਂ ਜਾਏਗਾ। ਤੇ ਤੀਸਰੀ ਗੱਲ ਜਿਹੜੀ ਸੀਗੀ, ਕੱਲ ਮੈਂ ਮੁਕਤ ਨਾਮ ਤੇ ਪਾਵਤ, ਸੋ ਇਹ ਤਾਂ ਖੈਰ ਗੁਰੂ ਸਾਹਿਬ ਨੇ ਫਿਰ ਅਖੀਰਲੀ ਬਤਾ ਦਿੱਤੀ ਹੈ ਉਹਦੀ ਗੱਲ ਕਿ ਵੀ ਜਿਹੜੀ ਜਿਹੜਾ ਭੇਦ ਦੀ ਗੱਲ ਹੈ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਵੀ ਇਸ ਕਲਯੁਗ ਹੈ ਕਿ ਇਸ ਜਨਮ ਦੇ ਵਿੱਚ ਔਰ ਇਸ ਵਕਤ ਦੇ ਵਿੱਚ ਜਿਸ ਵੇਲੇ ਜਿਹੜਾ ਗੁਪਤ ਸੰਬੰਧਕ ਹੈ, ਕੱਲ ਜਿਹੜਾ ਹੈ ਉਹ ਕੱਲ ਦਾ ਮੈਂ ਨਾ ਕੁਝ ਵੀ ਅਸੀਂ ਕਹਿ ਸਕਦੇ ਹਾਂ। ਹਾਂ, ਕੁਲ ਵੀ ਸਮਾਂ ਵੀ ਕਹਿ ਸਕਦੇ ਹੋ, ਜਬ ਜੁਗ ਵੀ ਕਹਿ ਸਕਦੇ ਹੋ, ਜਨਮ ਵੀ ਕਹਿ ਸਕਦੇ ਹੋ, ਵੀ ਉਹ ਜਿਹੜਾ ਨਾਮ ਤੋਂ ਬਿਨਾਂ ਜਿਹੜਾ ਹੈ ਉਹ ਨਹੀਂ ਪਾ ਸਕਦਾ, ਕਿਉਂਕਿ ਉਹਦੇ ਅੰਦਰ ਉਹ ਜਿਹਦੇ ਅੰਦਰ ਨਾਮ ਨਹੀਂ ਵਸਿਆ, ਉਹਦੇ ਜਿੰਨੇ ਬਾਹਰਲੇ ਨੇ ਕਰਮ ਜਿਹੜੇ ਕੀਤੇ ਹੋਏ ਨੇ ਉਹ ਬੇਕਾਰ ਨੇ। ਮੈਂ ਸਿਰਫ ਕਾਰ ਸਿੰਘ ਦਾ ਮਾਫ ਕਰਨਾ, ਮੈਂ ਪਹਿਲੀ ਨਹੀਂ ਸੀ ਸੁਣਿਆ ਹੋਇਆ, ਤੇ ਮੈਨੂੰ ਲੱਗਦਾ ਵੀ ਵੀਰ ਤੇ ਭੈਣ ਨੇ ਠੀਕ ਅਪਰੋਚ ਦੇ ਨਾਲ ਗੱਲ ਕੀਤੀ ਹੈ, ਤੇ there shouldn't be anything required to add on. ਕਿਸੇ ਨੂੰ ਕੋਈ ਗੱਲ ਨਾ ਸਮਝ ਆਈ ਹੋਵੇ ਤੇ ਦੱਸੋ ਜੀ, ਨਹੀਂ ਤੇ ਫਿਰ ਆਪਾਂ ਅੱਗੇ ਚੱਲੀਏ। I just want to say one more thing ਕਿ ਬਈ ਜਿਵੇਂ ਜਾਂ ਮੈਂ ਆਪਾਂ ਨਹੀਂ ਕਹਿਣਾ, ਜਾਂ ਮੈਂ ਜਾਂ ਕੋ ਨਹੀਂ, ਜਾਂ ਕੋ, ਹਾਂਜੀ। ਤੇ ਯਹ
ਭੇਦ ਯਹ ਗੁਰ ਯਹ ਭੇਦ ਬਤਾਵੇ। ਹਾਂਜੀ ਹਾਹਾ ਨੂੰ ਹਾਹੇ ਨੂੰ ਪ੍ਰੋਨਾਉਂਸ ਕਰਨਾ। ਸੋ ਦਿਸ ਕਪਲ ਆਫ ਥਿੰਗਸ ਜਸਟ ਜਿੱਥੇ ਪਹਿਲਾਂ ਹੀ ਸ਼ੁਰੂ ਜਾ ਮੈਂ ਤੋਂ ਸ਼ੁਰੂ ਹੁੰਦਾ ਹੈ, ਉਹ ਮੈਂ ਦਾ ਮਤਲਬ ਮੈਂ ਨਹੀਂ ਹੈ ਨਾ, ਉਹਦਾ ਮਤਲਬ ਹਿਰਦਾ ਹੈ। ਇਹ ਸਹੀ ਜਿਸ ਦੇ ਵਿੱਚ, ਹਾਂਜੀ ਹਾਂਜੀ ਜਿਸ ਦੇ ਅੰਦਰ, ਹਾਂਜੀ ਜਿਹਦੇ ਅੰਦਰ ਉਹ ਜਾਂ ਮੈਂ ਜੀ ਸੰਬੰਧਕ ਹੈ। ਇਸ ਕਰਕੇ ਉਹ ਜਾਂ ਮੈਂ ਨਹੀਂ ਹੋਏਗਾ ਨਾ, ਫਿਰ ਹੋਏਗਾ ਜਾ ਮੈਂ। ਹਾਂਜੀ ਜਿਸ ਦੇ ਅੰਦਰ ਪਰਮਾਤਮਾ ਦਾ ਭਜਨ ਨਹੀਂ ਹੈ, ਜਿਸ ਦੇ ਹਿਰਦੇ ਦੇ ਅੰਦਰ। ठीक है जी, चलिए आगे। चलो 901 कौन करूँगा? मैं हाँ जी, थैंक यू। शब्द अर्थ कर देना। देखना नहीं, करना है। सतनाम जी। राग रामकली महला नौमा ते पदे, रे मन ओट लेहो हर नामा, जाके सिमरन दुर्मत नासै, पावें पद निर्बाना रहाओ। बड़ भागी तेह जन को जानो, जो हर के गुण गावे, जन्म जन्म के पाप खोए कै, पुन बैकुंठ सिधावै। अजामल को अंत काल में, नारायण सुध आई, जांगत को जोगी सिर बाछत, सोगत छिन मह पाई। नाहिन गुण नाहिन कछ विद्या, धर्म कौन गज कीना, नानक बिरद राम का देखो, अभय दान तह दीना। वाहिगुरु जी। गुरु जी इत्थे शुरू करते हैं, रे मन ए मेरे मन ओट लेहो हर नाम, हरि दे नाम दी ओट आसरा तू लै, जाके सिमरन दुर्मत नासे, जिस दे सिमरन दे नाल, जिस नूं अपने हिरदे दे विच बसाउण दे नाल तेरी दुर्मत तेरी पैड़ी मत नस जाती है, ते पावें पद निर्वाणा, ते तैनूं निर्वासना वाला जिहड़ा पद है वो प्राप्त हो जाता है। बड़ भागी ते जन, वो जन बड़े भागां वाले हन, वो जानो उन्हां जनां नूं तुसीं बड़े भागां वाले समझो, जो हर के गुण गावे, जो परमात्मा दे गुण सिफत सलाह करते हैं। जन्म जन्म के पाप खोए कै, फुन बैकुंठ सिधावे। ਜਿਹੜੇ ਪੁਰਾਣੇ ਸਮੇਂ ਦੇ ਜਿਹੜੇ ਵੀ ਕੋਈ ਵਿਕਾਰ ਉਹਨਾਂ ਦੇ ਕੀਤੇ ਹੋਏ ਉਹ ਖੋ ਜਾਂਦੇ ਹਨ, ਤੇ ਫੁਨ ਬੈਕੁੰਠ ਸਿਧਾਵੇ, ਉਹ ਸਵਰਗਾਂ ਵਰਗਾ ਜਿਹੜੇ ਕਿ ਆਪਣਾ ਵਕਤ ਜਿਹੜਾ ਉਹ ਗੁਜ਼ਾਰਦੇ ਹਨ। ਅਜਾਮਲ ਕੋ ਅੰਤ ਕਾਲ ਮੈਂ, ਅਜਾਮਲ ਨੂੰ ਆਖਰੀ ਸਮੇਂ ਦੇ ਵਿੱਚ, ਜ਼ਿੰਦਗੀ ਦੇ ਆਖਰੀ ਵਕਤ ਵੇਲੇ ਨਾਰਾਇਣ ਸੁਧ ਆਈ, ਉਸ ਪਰਮਾਤਮਾ ਦੀ ਸੂਝ ਆ ਗਈ, ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਦੀ ਸੂਝ ਆ ਗਈ। जागत को जोगस, जागत को जोगी सरवंश, जिस तरह की आत्मक अवस्था नूं जोगियां दे वड्डे वड्डे जिहड़े जोगी है वो वांछित करते हैं, भी चाहुंदे हन, सोगत छिन में पाई। फिर उसने उस तरह की जिहड़ी आत्मक अवस्था एक छिन दे विच भी उसनूं प्राप्त हो गई। नाहिन गुण नाहिन कछ विद्या, धर्म कौन गज कीना, वो जिहड़ा एक
ਹਾਥੀ ਦੀ ਐਗਜ਼ਾਮਪਲ ਸੀਗੀ, ਉਹਦੇ ਵਿੱਚ ਗੁਰੂ ਜੀ ਕਹਿੰਦੇ ਆ ਵੀ ਉਹਦੇ ਕੋਲੇ ਕੋਈ ਗੁਣ ਨਹੀਂ ਸੀ, ਕੋਈ ਉਹਦੇ ਕੋਲ ਵਿਦਿਆ ਨਹੀਂ ਸੀ, ਤੇ ਉਹਨੇ ਕੋਈ ਇਹੋ ਜਿਹਾ ਧਰਮ ਕਰਮ ਨਹੀਂ ਸੀ ਕੀਤਾ। ਗੁਰੂ ਸਾਹਿਬ ਕਹਿੰਦੇ ਨਾਨਕ ਕਹਿੰਦੇ ਹਨ ਵਿਰਧ ਰਾਮ ਕਾ ਦੇਖੋ, ਵੀ ਇਹ ਪਰਮਾਤਮਾ ਦੀ ਇੱਕ ਵਿਰਧ ਜਿਹੜਾ ਸੁਭਾਅ ਉਸ ਨੂੰ ਦੇਖੋ। ਅਬੇ ਦਾਨ ਤੈਗੀਨਾ, ਉਸ ਹਾਥੀ ਨੂੰ ਇੱਕ ਨਿਰਭੈਤਾ ਵਾਲਾ ਦਾਨ ਦੇ ਕੇ ਦੇ ਦਿੱਤਾ। ਹਾਂਜੀ, ਸੋ ਵਾਹਿਗੁਰੂ ਜੀ। ਵੈਰੀ ਗੁੱਡ, ਨਾਈਸਲੀ ਸੈਡ। ਇਹਦੇ ਚ ਦੋ ਕੁ ਜਿਹੜੀਆਂ ਨੇ ਟਰਮਸ ਨੇ ਜਿਹਦੀ ਆਪਾਂ ਗੱਲ ਕਰ ਲਾਂਗੇ ਬਾਅਦ ਚ। ਹਾਂਜੀ, ਐਨੀਵਨ ਐਲਸ? ਸਿਮਰਤ ਜੀ, ਕਾਰ ਸਿੰਘ ਜੀ, ਪਲੀਜ਼। ਹਾਂਜੀ, I will say something. ਇੱਕ ਤੇ ਜਿਹੜੀ ਇਹ ਹੈ ਕਿ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੈ। ਜਿਹੜਾ ਪ੍ਰਮਾਤਮਾ ਦੇ ਗੁਣ ਗਾ ਰਿਹਾ, ਪ੍ਰਮਾਤਮਾ ਦੇ ਹਰੀ ਦੇ ਗੁਣ ਗਾ ਰਿਹਾ, ਮਨ ਵਿੱਚ ਪ੍ਰਮਾਤਮਾ ਨੂੰ ਵਸਾ ਰਿਹਾ, ਉਹਦੇ ਜਿਹੜੇ ਜਿਵੇਂ ਕਿ ਕੋਈ ਮੈਲ ਦੀਆਂ ਪਰਤਾਂ ਉਹਦੇ ਅੰਦਰ ਬਣ ਜਾਂਦੀਆਂ, ਮਨ ਦੇ ਉੱਤੇ ਜਿਹੜੀਆਂ ਵਿਕਾਰਾਂ ਦੀਆਂ ਪਰਤਾਂ ਬਣੀਆਂ ਹੋਈਆਂ ਨੇ, ਵੀ ਉਹਨਾਂ ਨੂੰ ਉਹ ਹੌਲੀ ਹੌਲੀ ਉਹ ਨਿਕਾਲ ਕੇ ਬੈਕੁੰਠ ਕਿਹੜਾ ਹੈ, ਜਦੋਂ ਬੈਕੁੰਠ ਹੈ ਜਿੱਥੇ, ਜਿਹਨੂੰ ਅਸੀਂ ਸੋ ਕਾਲ ਕਹਿੰਦੇ ਹਾਂ ਬੈਕੁੰਠ, ਵੀ ਜਿੱਥੇ ਪਰਮਾਤਮਾ ਦਾ ਵਾਸ ਹੈ। ਤੇ ਪਰਮਾਤਮਾ ਦਾ ਵਾਸਾ ਕਿੱਥੇ ਹੈ? ਜਿੱਥੇ ਕਿ ਵੀ ਇਹ ਤੁਹਾਡਾ ਜਦੋਂ ਆਪਣਾ ਜਿਹੜਾ ਮਨ ਹੈ ਜਾਂ ਉਹਦੇ ਵਿੱਚ ਜਦੋਂ ਉਹ ਸ਼ੁੱਧ ਮਨ ਜਿਹੜਾ ਹੈਗਾ ਤੁਹਾਡਾ, ਜਿੱਥੇ ਜੇ ਤੁਸੀਂ ਉਸਨੂੰ ਪਹਿਚਾਨ ਲਿਆ ਤੇ ਤੁਸੀਂ ਬੈਕੁੰਠ ਵਿੱਚ ਹੋ, ਕਿਉਂਕਿ ਉੱਥੇ ਹੀ ਪਰਮਾਤਮਾ ਦਾ ਵਾਸਾ ਹੈ। ਸੋ ਤੁਹਾਡੀ ਜਿਹੜੀ ਸਾਰੀ ਜਿਹੜੀ ਤੁਹਾਡੀ ਵਿਕਾਰਾਂ ਦੀ ਮੈਲ, ਤੁਹਾਡੀ ਜਿਹੜੀ ਮਨ ਦੀ ਸੋਚ, ਤੁਹਾਡੀ ਜੀਵਨ ਦੀਆਂ ਕਰਮਾਂ ਦੀ ਜਿਹੜੀ ਮੈਲ ਹੈ, ਜਦੋਂ ਉਹ ਨਿਕਲ ਜਾਏ ਸਾਰੀ, ਤੁਸੀਂ ਉਹ ਪਰਮਾਤਮਾ ਦੇ ਭਜਨ ਦੇ ਨਾਲ ਕੱਢ ਲਈ, ਤੇ ਤੁਸੀਂ ਉਹ ਤੁਹਾਡਾ ਬੈਕੁੰਠ ਹੈ, ਜਿੱਥੇ ਤੁਸੀਂ ਪਰਮਾਤਮਾ ਦੇ ਨਾਲ ਤੁਸੀਂ ਨੇੜੇ ਹੋ ਗਏ ਹੋ ਤੁਸੀਂ। ਸੋ ਇੱਕ ਤੇ ਮੈਨੂੰ ਇਹ ਗੱਲ, ਤੇ ਦੂਸਰੀ ਹੈ ਜਿਹੜੀ ਇਹ ਗੱਜ ਵਾਲੀ ਜਿਹੜੀ ਕਹਾਣੀ ਹੈ ਨਾ, ਇਹ ਹਮੇਸ਼ਾ ਮੈਨੂੰ it really intrigues me ਕਿ ਹਾਥੀ ਕਿਹੜਾ ਸੀ, ਵੀ ਮਤਲਬ ਕਿ ਭਾਵੇਂ ਇਹ ਇੱਕ ਪੁਰਾਣਿਕ ਕਥਾ ਹੈ ਕਿ ਬਈ ਉਹਦੇ ਵਿੱਚ ਹਾਥੀ ਨੂੰ ਉਹਨਾਂ ਨੇ ਸੁੱਟਿਆ ਤੇ ਉਹਨੂੰ ਤੰਦੂਏ ਨੇ ਫੜ ਲਿਆ। ਸੋ ਮੈਨੂੰ ਲੱਗਦਾ ਕਿ ਵੀ ਇਹ ਹਾਥੀ ਹੈ ਇੱਕ ਜਿਹੜਾ ਕੋਈ ਬਈ ਹੰਕਾਰੀ ਜੀਵ ਹੈ, ਜਿਸਨੂੰ ਜਿਵੇਂ ਅਸੀਂ ਹਾਥੀ ਨੂੰ ਅਸੀਂ ਤੁਲਨਾ ਦਿੰਦੇ ਹਾਂ ਇੱਕ ਹੰਕਾਰ ਦੇ ਨਾਲ, ਕਿ ਵੀ ਹੰਕਾਰੀ ਜੀਵ ਜਦੋਂ ਮਨ ਦੇ ਨਾਲ ਹੈ, ਮਨ ਦੇ ਨਾਲ, ਮਨ ਵੀ ਜਿਹੜਾ ਹੰਕਾਰੀ ਹੈ। We have talked in the class about this. Oh, acha, I didn't realize that. But yeah, this always kind of bothered me ਕਿ ਵੀ ਇਹ ਕਿਹੜਾ ਹਾਥੀ ਹੈ ਜਿਹਨੂੰ ਸੁੱਟਿਆ, ਜਿਹਨੇ ਤੰਦੂਏ ਨੇ ਪਕੜ ਲਿਆ, ਹਾਂਜੀ, ਤੇ ਜਿਸ ਨੂੰ ਉਹਨੇ ਭੇਜਿਆ। ਸੋ ਚਲੋ ਠੀਕ ਹੈ ਜੀ, that's all I wanted to say. ਇਹੀ ਅਸੀਂ ਜਿਹੜੀ ਮੈਂ ਕਿਹਾ ਸੀ ਦੋ ਕੁ ਟਰਮਸ, ਇਹਨਾਂ ਦੀ ਹੋਈ ਗੱਲ ਕਰਨੀ ਸੀ। Good you mentioned it. We don't have to go further deep, but we'll touch it. Kar Singh ji, please, if you have anything, your point of view. A little bit, ਹਾਂਜੀ। ਓਟ ਜਿਹੜੀ ਹੁੰਦੀ ਆ, ਇਹ ਇੱਕ ਹਿਸਾਬ ਦਾ ਆਸਰਾ ਹੁੰਦਾ, ਤੇ ਕਈ ਵਾਰੀ ਓਟ ਦੇ ਸ਼ਬਦ ਸ਼ਰਨ ਵੀ ਹੁੰਦਾ। ਅੱਛਾ, ਜਦੋਂ ਕੋਈ ਮਨੁੱਖ ਟਰਬਲ ਦੇ ਵਿੱਚ ਹੋਵੇ ਤੇ ਕੋਈ ਇਹੋ ਜਿਹਾ ਓਟ ਆਸਰਾ ਲੱਭਦਾ ਵਾ ਜਿਹਦੇ ਨਾਲ ਉਹਦਾ ਕੋਈ ਬਚਾਅ ਹੋ ਸਕੇ। ਅੱਛਾ, ਤੇ ਜਿਹੜੀ ਚੀਜ਼ ਹੁਣ ਮਨੁੱਖ ਨੂੰ ਤੰਗ ਪਰੇਸ਼ਾਨ ਕਰੇ, ਡਿਸਟਰੋਏ ਕਰਨ ਦੀ ਕੋਸ਼ਿਸ਼ ਕਰੇ, ਮਨੁੱਖ ਉਹਦੇ ਵਾਸਤੇ ਕੋਈ ਨਾ ਕੋਈ ਸ਼ਰਨ ਲੈਂਦਾ ਵਾ। ਤੇ ਗੁਰੂ ਸਾਹਿਬ ਕਹਿੰਦੇ ਵੀ ਜਿਹੜੀ ਦੁਰਮਤ ਆ ਨਾ, ਇਹ ਮਨੁੱਖ ਦਾ ਸੱਤਿਆਨਾਸ਼ ਕਰਦੀ ਆ। ਤੇ ਜੇ ਤੂੰ ਬਚਣਾ ਚਾਹੁੰਦਾ ਵਾ ਤੇ ਤੂੰ ਜਿਹੜਾ ਹਰਨਾਮਾ ਨਾ, ਉਹਦਾ ਆਸਰਾ ਲੈ। ਹੁਣ ਜਿਹੜੀ ਹਰਨਾਮਾ, ਸਾਰੀ ਗੁਰਬਾਣੀ ਹਰਨਾਮ ਆ, ਤੇ ਗੁਰੂ ਸਾਹਿਬ ਕਹਿੰਦੇ ਵੀ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਗੁਰੂ ਸਾਹਿਬ ਕਹਿੰਦੇ ਵੀ
ਇਹ ਜਿਹੜਾ ਬਾਣੀ ਸ਼ਬਦ ਹੈ ਨਾ, ਇਹਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਤੇ ਜਨਮ ਤੋਂ ਮਰਨ ਤੱਕ ਮਨੁੱਖ ਇੱਕ ਡੈਸਟਨੀ ਟਰੈਵਲ ਕਰਦਾ ਵਾ, ਜ਼ਿੰਦਗੀ ਦੀ ਦੂਰੀ ਦੀ, ਤੇ ਟੇਕ ਹੁੰਦਾ ਆਸਰਾ। ਜਿੱਦਾਂ ਹੁਣ ਆਪਾਂ ਸਾਰੇ ਕੁਰਸੀਆਂ ਸੋਫਿਆਂ ਤੇ ਢੋ ਲਾ ਕੇ ਬੈਠੇ ਹੋਏ ਆ, ਤੇ ਕੁਰਸੀ ਸਾਨੂੰ ਪਿਛਾਂਹ ਨਹੀਂ ਡਿੱਗਣ ਦਿੰਦੀ। ਸਿਮਿਲਰਲੀ ਜਿਹੜਾ ਹਰਨਾਮਾ ਵਾ ਜਾਂ ਗੁਰੂ ਦਾ ਸ਼ਬਦ ਆ, ਇਹ ਮਨੁੱਖ ਨੂੰ ਅਖਲਾਕ ਤੋਂ ਨਹੀਂ ਡਿੱਗਣ ਦਿੰਦਾ। ਇਹ ਮਨੁੱਖ ਦਾ ਓਟ ਤੇ ਆਸਰਾ ਬਣਦਾ ਵਾ। ਐਡੀਸ਼ਨ ਟੂ ਦੈਟ, ਗੁਰੂ ਸਾਹਿਬ ਨੇ ਵੀ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ। ਇਹ ਚੀਜ਼ਾਂ ਵਾਪਰਦੀਆਂ ਨੇ। ਤੇ ਨਾਨਕ ਸਿਮਰਤ ਏਕ। ਤੇ ਨਾ ਤਿੰਨ ਚੀਜ਼ਾਂ ਹੋਣਗੀਆਂ ਜੇ ਤੂੰ ਹਰਨਾਮੇ ਤੇ ਆਪਣੀ ਓਟ ਲੈਣ ਦੀ, ਗੁਰੂ ਦੇ ਸ਼ਬਦ ਨੂੰ ਸਿੱਖ ਲਿਆ, ਤੇਰਾ ਮੁਖ ਉਜਲਾ ਹੋਏਗਾ, ਤੂੰ ਇੱਜ਼ਤਮਾਨ ਬਣੇਗਾ, ਤੂੰ ਲੋਕੀ ਤੇਰੀ ਇੱਜ਼ਤ ਕਰਿਆ ਕਰਨਗੇ ਕਿ ਮਨੁੱਖ ਸਿਆਣਾ ਵਾ, ਸੂਝਵਾਨ ਆ, ਗੁਣਵਾਨ ਆ, ਤੇ ਸਦਾ ਸੁਖੀ, ਤੂੰ ਹਮੇਸ਼ਾ ਹੀ ਸੁਖੀ ਹੋਵੇਂਗਾ। ਤੇ ਗੁਰੂ ਸਾਹਿਬ ਕਹਿੰਦੇ ਵੀ, ਇੱਕ ਗੁਰੂ ਅਰਜਨ ਸਾਹਿਬ ਦੀ ਗੱਲ ਆ ਵੀ ਕੋਈ ਮਨੁੱਖ, ਮੈਂ ਸੋਚਦਾ ਵੀ ਗੁਰੂ ਅਰਜਨ ਸਾਹਿਬ ਨੂੰ ਮਿਲਣ ਆਇਆ ਹੋਏਗਾ, ਤੇ ਉਹਨਾਂ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਹੋਏਗਾ, ਗੁਰੂ ਸਾਹਿਬ ਕੀ ਹਾਲ ਹੈ? ਤੇ ਗੁਰੂ ਸਾਹਿਬ ਕਹਿੰਦਾ, ਮੈਂ ਸੁਖੀ ਹੂੰ ਸੁਖ ਪਾਇਆ। ਕਹਿੰਦਾ ਮੈਂ ਸੁਖੀ ਹਾਂ ਤੇ ਮੈਂ ਸੁਖ ਪਾਇਆ, ਪ੍ਰਾਪਤ ਕੀਤਾ। ਤੇ ਫਿਰ ਉਹ ਮਨੁੱਖ ਨੇ ਉਹਨੂੰ ਅਗਲਾ ਸਵਾਲ ਕੀਤਾ ਹੋਏਗਾ ਵੀ ਇਹ ਸੁਖ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ? ਉਹ ਕਹਿੰਦੇ ਗੁਰ ਅੰਤਰ ਸ਼ਬਦ ਵਸਾਇਆ। ਮੈਂ ਜਿਹੜਾ ਮੇਰੇ ਸੁੱਖ ਦਾ ਕਾਰਨ ਆ, ਉਹ ਮੈਂ ਗੁਰੂ ਦਾ ਸ਼ਬਦ ਆਪਣੇ ਹਿਰਦੇ ਤੇ ਵਸਾਇਆ। ਅੱਛਾ, ਫਿਰ ਉਹਦਾ ਇਹ ਅਗਲਾ ਸਵਾਲ ਹੋਇਆ ਵੀ ਠੀਕ ਹੈ, ਤੁਸੀਂ ਸੁਖੀ ਜੇ, ਤੁਸੀਂ ਗੁਰੂ ਦਾ ਸ਼ਬਦ ਜਿਹੜਾ ਆਪਣੇ ਹਿਰਦੇ ਚ ਵਸਾਇਆ ਵਾ, ਤੇ ਇਹ ਸ਼ਬਦ ਕਿੱਥੋਂ ਆਇਆ? ਕਹਿੰਦੇ ਸਤਿਗੁਰ ਪੁਰਖ ਦਿਖਾਲਿਆ, ਮਸਤਕ ਧਰ ਕੇ ਹੱਥ ਜੀ। ਹੁਣ ਇਹ ਗੁਰਬਾਣੀ ਜਿਹੜੀ ਅਸੀਂ ਅੱਜ ਡਿਸਕਸ ਕਰ ਰਹੇ ਹਾਂ, ਤੇ ਅਸੀਂ ਆਪਣੇ ਆਪ ਨੂੰ ਵਡਭਾਗੇ ਮਹਿਸੂਸ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਸਾਡੇ ਤੇ ਮਸਤਕ ਤੇ ਹੱਥ ਧਰ ਕੇ ਤੇ ਸਾਨੂੰ ਇਹ ਜਿਹੜਾ ਪਲੇਟਫਾਰਮ ਦਿੱਤਾ, ਜਿਹਦੇ ਵਿੱਚ ਅਸੀਂ ਗੁਰਮਤਿ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਜਾਂ ਕੇ ਸਿਮਰਨ, ਇਸ ਹਰਨਾਮੇ ਦੇ ਸਿਮਰਨ ਦੇ ਨਾਲ ਜਦੋਂ ਤੂੰ ਬਾਣੀ ਨੂੰ ਪੜ੍ਹੇਗਾ, ਸਮਝੇਗਾ, ਵਿਚਾਰੇਗਾ, ਗਾਵੇਗਾ, ਇਹਨੂੰ ਡਿਸਕਸ ਕਰੇਗਾ, ਜਦੋਂ ਬਾਣੀ ਤੇਰੇ ਵਿੱਚ ਧਸ ਵਸ ਰਸ ਜਾਏਗੀ ਨਾ, ਤੇ ਪੁੱਤਰ ਫਿਰ ਤੇਰੀ ਦੁਰਮਤ ਜਿਹੜੀ ਉਹ ਨਸ ਜਾਏਗੀ। ਤੇ ਆਹ ਤੈਨੂੰ ਆਸਰਾ ਮਿਲਣਾ ਹਰਨਾਮੇ ਤੋਂ। ਤੇ ਹੋਰ ਕੀ, ਭਾਵੇਂ ਪਦ ਨਿਰਬਾਨਾ, ਤੂੰ ਨਿਰੰਜਨ ਹੋ ਜਾਏਗਾ, ਤੂੰ ਨਿਰਵਾਣ ਹੋ ਜਾਏਗਾ, ਤੂੰ ਮਾਇਆ ਦੇ ਪ੍ਰਭਾਵ ਤੋਂ ਆਪਣੀ ਜਾਨ ਛੁਡਾ ਲੇਗਾ। ਹਾਂਜੀ, ਥੈਂਕ ਯੂ। ਨਿਰਵਾਣ ਇੱਕ ਟਰਮੀਨੋਲੋਜੀ ਹੈ ਜਿਹੜੀ ਬੁੱਧਿਜ਼ਮ ਤੋਂ ਆਉਂਦੀ ਹੈ। ਬੁੱਧਿਜ਼ਮ ਦਾ ਜਿਹੜਾ ਗੋਲ ਹੈ ਉਹ ਨਿਰਵਾਣ ਹੈ, ਯਾਨੀ ਕਿ ਜਦੋਂ ਉਹ ਸਾਰੀਆਂ ਦੁਨਿਆਵੀ ਖਿੱਚਾਂ ਤੋਂ ਪਰੇ ਹੋ ਜਾਓ। ਗੁਰੂ ਸਾਹਿਬ ਨੇ ਉਹਨੂੰ ਇਸੇ ਤਰ੍ਹਾਂ ਹੀ ਯੂਜ਼ ਕੀਤਾ ਹੈ ਕਿ ਨਿਰਵਾਣ ਪਦ, ਜਦੋਂ ਮੈਨੂੰ ਸਾਰੀਆਂ ਮਾਇਕੀ ਖਿੱਚਾਂ ਤੇ ਵਿਕਾਰ ਜਿਹੜੇ ਹੈ ਉਹਨਾਂ ਦੀ ਪੁੱਲ ਘਟ ਜਾਏ, ਖਤਮ ਹੋ ਜਾਏ, ਤੇ ਮੇਰੀ ਦੁਰਮਤ ਜਿਹੜੀ ਹੈ, ਦੁਰਮਤ ਕੀ ਹੈ? ਸਾਰੇ ਵਿਕਾਰਾਂ ਦੀ ਪੁੱਲ, ਮਾਇਆ ਦੀ ਪੁੱਲ ਜਦੋਂ ਖਤਮ ਹੋ ਗਈ ਤੇ ਮੈਨੂੰ ਉਹ ਪਦ ਮਿਲ ਜਾਂਦਾ ਹੈ। ਓਟ ਦੀ ਗੱਲ ਤੁਸੀਂ ਕਰਤੀ, ਤੇ ਬੈਕੁੰਠ ਦੀ ਗੱਲ ਭੈਣ ਜੀ, ਸਾਰਾ ਕੁਝ। ਅਜਾਮਲ ਦੀ ਜਿਹੜੀ ਗੱਲ ਹੈ ਨਾ, ਇਹ ਬੜਾ ਖਟਕਦੀ ਹੈ ਕਈਆਂ ਨੂੰ। ਤੇ ਅੰਤਕਾਲ ਆਪਾਂ ਇਹਦੀ ਡਿਸਕਸ ਤੇ ਨਹੀਂ ਕਰ ਸਕਦੇ ਕਿਉਂਕਿ ਫਿਰ ਕਈ ਸ਼ਬਦ ਇਹਦੇ ਚ ਇਨਵੋਲਵਡ ਨੇ, ਪਰ ਅੰਤਕਾਲ ਜਿਹੜਾ ਹੈ ਨਾ ਗੁਰਬਾਣੀ ਦੇ ਵਿੱਚ ਬੜੀ ਵਾਰੀ ਆਉਂਦਾ ਪਿਆ ਹੈ, ਖਾਸ ਤੌਰ ਤੇ ਅਜਾਮਲ ਤੇ ਗਨਕਾ ਤੇ ਇਹਨਾਂ ਸਾਰਿਆਂ ਦੇ ਉੱਥੇ ਹੈਗਾ। ਅੰਤਕਾਲ ਮੀਨਸ ਮਾਇਆ ਦੇ ਰਾਹ ਤੇ ਤੁਰਦੇ ਹੋਏ ਜਦੋਂ ਬੱਸ ਹੋ ਗਈ ਨਾ, ਉਹ ਅੰਤਕਾਲ ਹੈ। ਜ਼ਿੰਦਗੀ ਦੇ ਰਾਹ ਦਾ ਅੰਤਕਾਲ ਨਹੀਂ ਹੈ। ਜੇ ਜ਼ਿੰਦਗੀ ਮੇਰੀ ਮੁੱਕ ਗਈ ਤੇ ਮੇਰੀ ਲਾਈਫ ਤੇ ਰਹੀ ਕੋਈ ਨਹੀਂ ਨਾ ਗਈ। ਤੇ ਹੁਣ ਜੇ ਮੈਂ ਅੰਤਕਾਲ ਨੂੰ ਜ਼ਿੰਦਗੀ ਦਾ ਅੰਤ ਸਮਝਾਂ, ਤੇ ਫਿਰ ਗੁਰਬਾਣੀ ਦੀ ਜਿਹੜੀ ਅਹਿਮ ਤਰੀਨ ਫਿਲਾਸਫੀ ਹੈ, ਆਪੇ ਬੀਜ ਤੇ ਆਪੇ ਹੀ ਖਾ, ਉਹ ਤੇ ਨਾ ਆਈ ਫਿਰ ਉੱਥੇ।
ਸਾਰੀ ਉਮਰ ਮੈਂ ਗੰਦ ਘੋਲਦਾ ਰਿਹਾ ਤੇ ਅਖੀਰ ਤੇ ਜਾ ਕੇ ਮੈਨੂੰ ਜੋ ਅਸੀਂ ਅੱਜ ਕਰ ਰਹੇ ਹਾਂ ਬਾਹਮਣੀ ਕਰਮ ਕਾਂਡ ਕਿ ਸਾਰੀ ਉਮਰ ਗੰਦ ਘੋਲਿਆ ਤੇ ਅਖੀਰ ਤੇ ਅਰਦਾਸ ਕਰਦੇ ਨੇ ਜੀ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਤੇ ਸਾਰੇ ਸੰਗਤ ਵੀ ਉੱਥੇ ਅਰਦਾਸ 'ਚ ਸ਼ਰੀਕ ਹੋਏ ਹੁੰਦੇ ਨੇ, ਮੇਰੇ ਵਰਗੇ ਤੁਹਾਡੇ ਵਰਗੇ ਸਾਰੇ ਗਏ ਹੁੰਦੇ ਨੇ ਜੀ ਅੰਤਮ ਅਰਦਾਸ ਕਰਨ ਚੱਲੇ ਆ ਤੇ ਬਿਰਥੀ ਕਦੀ ਨਾ ਹੋਈ ਜਨ ਕੀ ਅਰਦਾਸ। ਅਸੀਂ ਕਿੰਨੀ ਫੈਲਸੀ 'ਚ ਪੈ ਜਾਂਦੇ ਆ ਜੇ ਅਸੀਂ ਇਸ ਗੱਲ ਨੂੰ ਅੰਤਕਾਲ ਠੀਕ ਨਾ ਸਮਝੀਏ। ਅੰਤਕਾਲ just for now we can discuss it at length, ਸਾਰੇ ਸ਼ਬਦਾਂ ਦਾ ਇਕੱਠ ਕਰਕੇ। ਅੰਤਕਾਲ ਮੀਨਸ ਜਦੋਂ ਮੇਰੀ ਇੱਕ ਰਾਹ ਤੇ ਤੁਰਦੇ ਦੀ ਹਾਰ ਕੇ, ਜਿਹਨੂੰ ਕਹਿੰਦੇ ਐਟ ਲਾਸਟ ਵੀ ਮੈਂ ਤੇ ਯਾਰ ਅੰਤ ਹੋ ਗਿਆ, ਅੱਤ ਹੋ ਗਈ ਹੈ ਅੱਜ ਤੇ ਇਸ ਗੱਲ ਦੀ, ਖਾਣ ਦੀ ਅੱਤ ਹੋ ਗਈ ਹੈ, ਜ਼ੁਲਮ ਦੀ ਅੱਤ ਹੋ ਗਈ ਹੈ, ਉਹ ਅੰਤਕਾਲ ਹੈ। ਜ਼ਿੰਦਗੀ ਦਾ ਅੰਤ ਨਹੀਂ ਹੈ, ਜ਼ਿੰਦਗੀ ਰੱਬ ਦੇ ਹੱਥ ਹੈ। ਉਹ ਜੇ ਅੱਜ ਆਈ ਹੈ, ਛੋਟੇ ਹੁੰਦਿਆਂ ਆਈ ਹੈ, ਵੱਡੇ ਹੋ ਕੇ ਆਣੀ ਹੈ, ਡਜ਼ਨਟ ਮੈਟਰ। ਜਿਸ ਰਾਹ ਤੇ ਜਿਸ ਬਲੀਫ ਸਿਸਟਮ ਨੂੰ ਮੈਂ ਫੋਲੋ ਕਰ ਰਿਹਾ, when it comes to that end, ਜਾਂ ਇਹਨੂੰ ਮੈਂ ਦੂਜੀ ਤਰ੍ਹਾਂ ਵੀ ਕਵਾਂ, ਜਿੱਥੋਂ ਮੇਰਾ ਟਰਨ ਅਰਾਊਂਡ ਹੁੰਦਾ ਹੈ, ਪ੍ਰਵਿਰਤੀ ਕਰਮ ਮੈਨੂੰ ਦ੍ਰਿੜ ਹੁੰਦਾ ਹੈ, ਉਹ ਜਿੱਥੇ ਮੇਰੀ ਪਹਿਲੀ ਲਾਂ ਸ਼ੁਰੂ ਹੁੰਦੀ ਹੈ, ਜੇ ਮੈਂ ਗੁਰਬਾਣੀ ਟਰਮੀਨੋਲੋਜੀ 'ਚ ਗੱਲ ਕਰਾਂ ਤੇ ਪ੍ਰਵਿਰਤੀ ਕਰਮ ਜੜਾਇਆ ਬਲਰਾਮ ਜੀ, ਉਹ ਉੱਥੇ ਮੇਰਾ ਅੰਤਕਾਲ ਹੋ ਜਾਂਦਾ ਹੈ। ਕਿਉਂਕਿ ਫਿਰ ਮੈਂ ਟਰਨ ਅਰਾਊਂਡ ਹੋ ਗਿਆ ਤੇ ਮੇਰਾ ਜਿਹੜਾ ਜੋ ਮੈਂ ਕਰ ਰਿਹਾ ਸੀ ਉਹਨੂੰ ਮੈਂ ਛੱਡ ਕੇ ਤੇ ਦੂਜੇ ਪਾਸੇ ਹੋ ਗਿਆ। ਇਸ ਕਰਕੇ ਜੇ ਮੇਰੀ ਜ਼ਿੰਦਗੀ ਖਤਮ ਹੋ ਰਹੀ ਹੈ ਤੇ ਮੈਨੂੰ ਰੱਬ ਦੀ ਸੁੱਧ ਕਿਵੇਂ ਆਏਗੀ? ਹੋ ਸਕਦਾ ਮੈਂ ਉਸ ਵੇਲੇ ਵੈਂਟੀਲੇਟਰ ਤੇ ਹੋਵਾਂ। ਇਹ ਸੁੱਧ ਜਿਹੜੀ ਆਣੀ ਹੈ ਇਹ ਮੇਰੀ ਕਰਮਾਂ ਦੇ ਵਿੱਚ ਜਿਉਂਦੇ ਹੋਇਆਂ ਦੀ ਆਣੀ ਹੈ। ਇਹ ਮੇਰੀ ਉਦੋਂ ਆਣੀ ਹੈ ਜਦੋਂ ਮੈਂ ਲੋੜਾ ਦਾਖ ਬਿਜੌਰੀਆਂ ਤੇ ਕਿੱਕਰ ਬੀਜੇ ਜੱਟ, ਜਦੋਂ ਮੈਂ ਕਿੱਕਰ ਬੀਜਿਆ ਹੋਇਆ, ਉਸ ਵੇਲੇ ਮੈਨੂੰ ਪਤਾ ਲੱਗਣਾ ਉਹ ਮੈਂ ਤੇ ਬੀਜਿਆ ਹੀ ਕੁਛ ਨਹੀਂ ਚੱਜਦਾ। ਇਹ ਮੇਰਾ ਮੰਨਣਾ ਹੈ। ਐਂਡ ਆਈ ਡੂ ਹੈਵ ਅ ਫਰਮ ਬਿਲੀਫ ਥਰੂ ਗੁਰਬਾਣੀਜ਼ ਫਿਲਾਸਫੀ ਕਿ ਇਸ ਤਰ੍ਹਾਂ ਕਈ ਥਾਵਾਂ ਤੇ ਸਾਨੂੰ, ਮੈਂ ਸਾਰੇ ਸੰਗੀਆਂ ਨੂੰ ਕਹਿਣਾ ਵੀ ਸੀ ਕਿ ਕਈ ਥਾਵਾਂ ਤੇ ਸਾਨੂੰ ਐਂਬੀਗੁਇਟੀ ਜੀ ਨਜ਼ਰ ਆਉਂਦੀ ਹੈ। ਇਹ ਨਹੀਂ ਕਿ ਗੁਰਬਾਣੀ ਐਂਬੀਗੂਅਸ ਹੈ, ਮੇਰੀ ਸੋਚ ਐਂਬੀਗੂਅਸ ਹੁੰਦੀ ਹੈ ਤੇ ਮੈਨੂੰ ਕਲੈਰਿਟੀ ਨਹੀਂ ਨਜ਼ਰ ਆਉਂਦੀ ਹੁੰਦੀ। ਪਰ ਮੈਨੂੰ ਇਹ ਪਤਾ ਹੁੰਦਾ ਹੈ ਕਿ ਪ੍ਰੋਬੇਬਲ ਕਾਜ਼ ਜਿਹੜਾ ਇੱਥੇ ਫਿਲੋਸੋਫੀਕਲ ਉਹ ਕੁਝ ਹੋਰ ਹੈ। ਉੱਥੇ ਮੈਨੂੰ ਫਿਲਾਸਫੀ ਨੂੰ ਗਾਰਡ ਕਰਨ ਦਾ ਮੇਰਾ ਫਰਜ਼ ਹੈ। ਜੇ ਮੈਨੂੰ ਸਮਝ ਨਹੀਂ ਵੀ ਹੈ ਤਾਂ ਵੀ, ਤੇ ਜੇ ਮੈਂ ਉਸ ਵੇਲੇ ਮਾਲਕ ਨੂੰ ਕਹਾਂ ਕਿ ਪਾਤਸ਼ਾਹ ਜੀ ਇਹ ਤੁਸੀਂ, ਉਹਨੂੰ ਮੈਂ ਪੈਂਡਿੰਗ ਕਰ ਦਿਆਂ ਤੇ ਮਾਲਕ ਡਿਊ ਕੋਰਸ ਦੇ ਵਿੱਚ ਉਹਦਾ ਜਵਾਬ ਜ਼ਰੂਰ ਦੇ ਦਿੰਦੇ ਨੇ। ਹਾਂ ਗੱਲ ਹੋ ਗਈ। ਤੇ ਫਿਰ ਉਹ ਜਿਹੜੀ ਹੈ ਗੱਜ ਦੀ ਜਿਹੜੀ ਗੱਲ ਹੈ ਉਹ ਭੈਣ ਜੀ ਨੇ ਛੇੜ ਹੀ ਦਿੱਤੀ ਸੀ। ਉਹਦੇ 'ਚ ਕਰੂਡ ਫਾਰਮ ਦੇ ਵਿੱਚ ਗੱਜ ਜਿਹੜਾ ਬਹੁਤ ਜਾਨਵਰਾਂ ਦੇ ਵਿੱਚ ਪਾਵਰਫੁਲ ਜਾਨਵਰ ਹੈ ਤੇ ਸੋ ਇਜ਼ ਮਾਈ ਮਨ। ਅਸੀਂ ਇਹ ਪਿੱਛੇ ਜਿਹੀ ਹਾਲੇ ਗੱਲ ਕੀਤੀ ਹੈ ਸ਼ਾਇਦ 9ਵੇਂ ਪਾਤਸ਼ਾਹ ਦੇ ਕਿਸੇ ਸ਼ਬਦ ਵਿੱਚ, ਮੈਨੂੰ ਯਾਦ ਨਹੀਂ, ਸੌਰੀ ਮਾਫ ਕਰਨਾ ਮੇਰੀ ਮੱਤ ਇਹੋ ਜਿਹੀ ਹੈ। ਪਰ 9ਵੇਂ ਪਾਤਸ਼ਾਹ ਨੇ ਗੱਜ ਦੀ ਗੱਲਾਂ ਬਹੁਤ ਕੀਤੀਆਂ ਨੇ, ਗੱਜ ਕੋ ਤਰਾਸ ਭਇਓ ਰੰਤਰ, ਹੈ ਨਾ, ਉਹ ਵਾਲੀ। ਤੇ ਉਹਦੇ ਵਿੱਚ ਜਿਹੜਾ ਬੜਾ ਕਲੀਅਰ ਸੀਗਾ ਕਿ ਜਿਹੜਾ ਕਈ ਥਾਵਾਂ ਤੇ ਗੱਜ ਦੀ ਜਿਹੜੀ ਯੂਜ਼ੇਜ ਹੈ ਉਹ ਬਿਲਕੁਲ ਮਨ ਤੇ ਢੁਕਦੀ ਹੈ। ਤੇ ਕਿਉਂਕਿ ਮਨ ਵੀ ਮੇਰਾ ਗੱਜ ਹੈ ਤੇ ਉਹ ਇੱਕ ਗੱਜ ਹੋਰ ਵੀ ਹੈਗਾ ਜਿਹੜਾ ਪੈਰਾਮੀਟਰ ਹੈ, ਉਹ ਮਨ ਮੇਰੋ ਗੱਜ ਕਿਧਰੇ ਉਹ ਨਾ ਸਮਝ ਲਈਏ ਜੇਬਾ ਮੇਰੀ ਕਾਤੀ। ਪਰ ਤੇ ਤੰਦੂਆ ਜਿਹੜਾ ਏ, ਕਿਉਂਕਿ ਉਹਦੇ ਕੰਡੇ ਨੇ ਇਸ ਤਰ੍ਹਾਂ, ਉਹਦੀ ਜਿਹੜੀ ਬੰਤਰ ਹੈ, ਗੁਰੂ ਸਾਹਿਬ ਨੇ ਕਿਆ ਕਮਾਲ ਦੀ ਸਾਡੀ ਝੋਲੀ 'ਚ ਗੱਲ ਪਾਈ ਹੈ ਕਿ ਮਨ ਜਿਹੜਾ ਉਹ ਹਾਥੀ, ਤੇ ਮਨ ਨੂੰ ਫਸਾਇਆ ਕਿੰਨੇ ਹੋਇਆ? ਵਿਕਾਰਾਂ ਨੇ ਤੇ ਉਹਦੇ ਸਬਸਰਵੀਐਂਟਸ ਨੇ। ਤੇ ਜਦੋਂ ਮਨ ਫਸ ਜਾਂਦਾ ਹੈ ਤੇ ਹਾਰ ਕੇ ਕਹਿੰਦਾ ਹੈ ਕਿ ਹਾਰ ਪਰਿਓ ਤੋਂ ਦੁਆਰੀ, ਤੇ ਫਿਰ ਰੱਬ ਤੇ ਬੈਠਾ ਹੈ ਬੋੜਨ ਦੇ ਲਈ, ਪਰ ਮੈਂ ਉਹਨੂੰ ਸੁਣਦਾ ਨਹੀਂ ਆ, ਮਨ ਦੇ ਮਗਰ ਲੱਗਾ ਹੁਣਾ, ਦੁਰਮਤ ਵਾਲੇ ਪਾਸੇ ਹੁਣਾ। ਜਦ ਹੀ ਮੇਰਾ ਦੁਰਮਤ ਵੱਲੋਂ ਧਿਆਨ ਗੁਰਮਤ ਵੱਲ ਜਾਂਦਾ ਹੈ ਤੇ ਗੁਰੂ ਤੇ ਬੈਠਾ ਹੀ ਹੁੰਦਾ ਹੈ, ਉਹ ਕਹਿੰਦਾ ਆ ਜਾ ਮੈਂ ਬੈਠਾ ਵਾਂ, ਐਂਡ ਹੀ ਸੇਵਸ ਮੀ। ਗੱਜ ਦੀ ਜਿਹੜੀ ਵਿਅਥਾ ਹੈ
ਉਹ ਇਦਾਂ ਹੈ। ਇਸੇ ਕਰਕੇ ਨਾਨਕ ਬਿਰਦ ਰਾਮ ਕਾ ਕਿਹਾ, ਉਹਦਾ ਬਿਰਦ ਹੈ। ਰਤਨ ਜਵੇ ਹਰ ਲਾਲ ਹਰਨਾਮਾ ਗੁਰ ਕਾਢ ਤਲੀ ਦਿਖਲਾਇਆ, ਇਹ ਮੇਰਾ ਮੰਨਣਾ ਹੈ। Anyone else wants to say? One more thing I want to say about this is ਜਾਂ ਗਤ ਕੋ ਜੋਗੀਸ਼ਵਰ ਬਾਂਚਤ, ਵੀ ਗੁਰੂ ਸਾਹਿਬ ਨੇ ਇੱਥੇ ਜੋਗੀਸ਼ਵਰ ਕਿਉਂ ਕਿਹਾ? ਕਿ ਬਈ ਜਿਹੜੇ ਜਿਨ੍ਹਾਂ ਨੂੰ ਜੁੜਨ ਦੀ, ਜਿਨ੍ਹਾਂ ਨੂੰ ਮਨ ਦੇ ਵਿੱਚ ਇੱਛਾ ਹੈ ਨਾ, ਜੋਗੀ ਮਿਲਾਪ, ਸੌਰੀ ਮੈਂ ਹਾਂਜੀ ਹਾਂ ਮਿਲਾਪ, ਕਿ ਵੀ ਉਹ ਵਾਲੀ ਜਿਹੜੀ ਉਹਨਾਂ ਦੀ ਅਵਸਥਾ ਜਾਂ ਉਹ ਜਿਹੜੀ ਉਹਨਾਂ ਦੀ ਚਾਹਤ ਹੈ ਬਈ ਜੁੜਨ ਵਾਲੀ ਜਿਹੜੀ ਹੈ, ਉਸ ਕਰਕੇ ਉਹਨਾਂ ਨੇ ਵਰਡ ਉੱਥੇ ਬਈ ਜੋਗੀਸ਼ਰ ਯੂਜ਼ ਕੀਤਾ ਹੈ, ਕਿ ਜਿਸ ਗਤ ਨੂੰ ਜੋਗੀਸ਼ਰ ਬਾਂਚਤ। ਹਾਂਜੀ, ਔਰ ਉਹਦੇ ਚ ਜਿਹੜੀ ਸਾਨੂੰ ਸਮਝਣ ਵਾਲੀ, ਮੇਰੇ ਸਮਝਣ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਜੋਗੀ, ਉਹਨਾਂ ਦੀ ਗੱਲ ਹੋ ਰਹੀ ਨਾ, ਤੇ ਉਹ ਪਾਤਸ਼ਾਹ ਇਹ ਮੈਨੂੰ ਦੱਸਣਾ ਚਾਹ ਰਹੇ ਨੇ ਕਿ ਭਾਈ ਉਹਨਾਂ ਨੇ ਇੰਨਾ ਜਫਰ ਜਾਲ ਕੇ ਘਰੋਂ ਬੇਘਰ ਹੋ ਕੇ, ਸਾਰੀ 9 ਯਾਰਡ ਸਟੋਰੀ, ਉਹਨਾਂ ਨੇ ਉਹ ਸਾਰੇ ਕਰਮ ਕਰਕੇ ਤੇ ਜਿਸ ਜੇ ਕਿਧਰੇ ਉਹ ਪ੍ਰਾਪਤ ਹੋਏ ਵੀ ਨੇ ਤੇ ਉਹ ਇੱਕ ਛਿਨ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ। ਜਦੋਂ ਮੈਂ ਇਹ ਰੀਅਲਾਈਜ਼ ਕਰ ਲਾਂ ਕਿ ਨਹੀਂ, ਮੈਂ I have been disconnected with godness and I have been wandering in godlessness, I gotta go back. Yeah. And it comes from and within. Yeah. ठीक है जी, एक कर लिए होर। दसो जी, मैं ਹੁਣ देखो, मैं बिल्कुल टाइम दे पंक्चुअलिटी च आ गया जी, मैं गुड बॉय बनना चाह रहा। ਤੁਸੀਂ ਬੈਕੁੰਠ ਨੂੰ ਇੱਕ ਵਾਰੀ ਐਕਸਪਲੇਨ ਕਰੋਗੇ? ਹਾਂ, ਬੈਕੁੰਠ ਅਗੇਨ ਇੱਕ ਟਰਮੀਨੋਲੋਜੀ ਹੈ ਜਿਹੜੀ ਸੁਰਗ ਨੂੰ ਕਹਿੰਦੇ ਆ। ਹਾਂ, ਜਨਰਲ ਹਾਂਜੀ, ਹੈ ਨਾ। ਇੱਥੇ ਕਿੱਥੇ ਆਇਆ, ਮਾਫ ਕਰਨਾ, ਜਨਮ ਜਨਮ ਕੇ ਹਾਂ, ਪੁਨ ਬੈਕੁੰਠ ਸਿਧਾਵੈ, ਭਈ ਉਹ ਸਵਰਗ 'ਚ ਚਲਾ ਜਾਂਦਾ ਹੈ। ਹੁਣ ਜਨਮ ਜਨਮ ਕੇ, ਹੁਣ ਕਿਹੜੇ ਜਨਮਾਂ ਦੇ ਪਾਪ ਨੇ? ਪਿਛਲੇ ਜਨਮ ਦਾ ਮੈਨੂੰ ਤੇ ਪਤਾ ਨਹੀਂ, ਮੈਂ ਕੋਈ ਕੀਤਾ ਸੀ, ਮੈਂ ਤੇ ਕਹਾਂਗਾ ਮੈਂ ਤੇ ਮਹਾਂਪੁਰਖ ਸੀਗਾ, if you have otherwise to prove. So ਇਹ ਸਾਰੀ ਗੱਲ ਜਿਹੜੀ ਹੈ ਉਹ ਸੁਰਗ ਦੇ ਵਿੱਚ ਹੈ। ਚੱਲ ਰੇ ਬੈਕੁੰਠ ਤੁਝੇ ਰਹਿ ਤਾਰੋਂ, ਹਿਚੇ ਤਾ ਪ੍ਰੇਮ ਕੇ ਚਾਵਕ ਮਾਰੋਂ, ਨਾ ਜਾਣਾ ਬੈਕੁੰਠ ਕਹਾਂ ਹੀ। ਏਦਾਂ ਸਾਧ ਸੰਗ ਬੈਕੁੰਠੇ ਆਹੇ, ਇਹ ਵੀ ਹੈਗਾ ਕਿ ਮੇਰੀ ਜਿਹੜੀ ਟਰਮੀਨੋਲੋਜੀ ਦੂਜੀ ਹੈ, ਪਰ ਮੇਰੀ ਜਿਹੜੀ ਮੰਨਣਾ ਹੈ, ਮੇਰਾ ਜਿਹੜਾ ਰਾਹ ਹੈ, ਗੁਰੂ ਦਾ ਜਿਹੜਾ ਦੱਸਿਆ ਗੁਰ ਹੈ, ਉਹ ਆਇਆ ਸੀ ਨਾ ਪਿਛਲੇ ਸ਼ਬਦ ਦੇ ਵਿੱਚ, ਗੁਰੂ ਸੋਈ ਨਰ ਗਰੂਆ ਭਾਰਾ। ਸੋ ਜਿਹੜਾ ਗੁਰ ਹੈ, ਇਹਦੇ ਵਿੱਚ ਇੱਕ ਗੁਰ ਦਾ ਮਹਿਣਾ ਹੁੰਦਾ ਟਿਪ। ਸੋ ਇਹਦੇ ਚ ਜਿਹੜੀ ਟਿਪ ਹੈ ਉਹ ਹੈਗੀ ਹੈ ਕਿ ਬੈਕੁੰਠ ਜਿਹੜਾ ਹੈ ਉਹ ਮੇਰੇ ਲਈ ਸਾਧ ਸੰਗਤ, ਵਨਨੈਸ, ਗੋਡਨੈਸ, ਨਾਮ ਦੇ ਓਟ, ਸ਼ਰਨ, ਰੱਬ ਜੀ ਦੀ ਸ਼ਰਨ, ਇਹ ਸਾਰਾ ਮੇਰੇ ਲਈ ਬੈਕੁੰਠ ਹੈ। that is backward. ਠੀਕ ਹੈ। I guess another way to put it would be that Swarg is eternal bliss. So when we reach that state of Anand, the Sahaj state, where we reach that state of Anand, that is Vaikuntha. Yep. State of oneness. Absentia of I-ness, otherness. You can say either way. ਅਸੀਂ ਸਾਰੇ ਕਿਉਂਕਿ ਸਮਝ ਲਿਆ ਹੋਇਆ ਹੁਣ, ਤੇ there are so many words to understand around us. ਜਿਹੜੀ ਵੀ ਸਾਡਾ ਮਨ ਨਿਬਲ ਕਰ ਲਏ, it can. Anyone else? Anything from anyone? Should we go ahead? ਇਹ ਤੇ ਦੱਸ ਦਿਓ ਯਾਰ। ਅੱਗੇ ਚਲਿਏ ਕਿ ਨਾ? ਅਗਲਾ ਕਿਹੜਾ ਸ਼ਬਦ ਹੈ? ਤਾਂ ਉੱਤੇ ਪਾਇਆ ਨਹੀਂ ਸੀ ਨਾ, ਮੈਂ ਤਾਂ ਦੇਖਿਆ ਨਹੀਂ। क्या अगला कर नेक्स्ट? ਅਗਲਾ ਕਿਹੜਾ ਸ਼ਬਦ? इस दे नेक्स्ट Next 902. शाबाश। रामकली महला नौवां। साधो कौन जुगत अब कीजै,
जाते दुर्मत सगल विनाशै, राम भगत मन पीजै रहाओ। मन माया में उर्ज रह्यो है, बूझै न कुछ ज्ञाना। कौन नाम जग जाकै सिमरै, पावै पद निर्वाणा। भय दयाल कृपाल संत जन, तब एह बात बताई। सर्ब धर्म मानो तह किए, जे प्रभ कीरत गाई। राम नाम नर निस्बा सुर में, निमख एक उर तारै। जम को त्रास मिटै नानक तह, अपनो जन्म सवारै। इथे गुरु जी कह रहे हैं कि हे संत जनो, मैं केड़ी जुगत केड़ा तरीका करा जिस नाल मेरे मन दी जेड़ी दुर्मत है, जेड़े बुरे विचार हैं, बुरे ख्याल हैं, वो नष्ट हो जान ते जेड़ा मेरा मन है, मेरा हृदय ये उस परमात्मा दे भक्ति विच प्यार विच लीन हो जाए। तो आई थिंक ये क्वेश्चन है, इसका आंसर पिछले शब्द विच ही दिता कि राह ओट लियो हरनामा। ਅੱਗੇ ਕਿ ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਮੇਰਾ ਜਿਹੜਾ ਮਨ ਹੈ ਇਹ ਸਦਾ ਹੀ ਮਾਇਆ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਤੇ ਕੁਝ ਜਿਹੜਾ ਆਤਮਕ ਜਿਹੜਾ ਸਪਿਰਿਚੁਅਲ ਗਿਆਨ ਹੈ ਇਹ ਇਸ ਨੂੰ ਕੁਝ ਵੀ ਉਸਦੇ ਖਿਆਲ ਨਹੀਂ, ਉਸਦੀ ਕੁਝ ਵੀ ਅਵੇਅਰਨੈਸ ਨਹੀਂ ਰਹਿੰਦੀ, ਮਾਇਆ ਵਿੱਚ ਹੀ ਰਹਿੰਦਾ ਹੈ। ਤੇ ਮੈਂ ਉਹ ਕਿਹੜਾ ਨਾਮ ਹੈ, ਉਹ ਕਿਹੜਾ ਵੇ ਹੈ ਜਿਸ ਨਾਲ ਕਿ ਜਿਹੜਾ ਮੈਂ ਸਿਮਰਾਂ, ਜਿਹੜਾ ਮੈਂ जिसका मैं ध्यान करा कि मैं उस निर्वाण उस स्टेट विच जेड़ी मेरी माया तो रहत स्टेट है उत्थे मैं पुज जावां। वो केड़ा तरीका, केड़ा नाम है? भय दयाल कृपाल संत जन, तब ये बात बताई। ते फिर गुरु जी कहते हैं कि जेड़े संत जन उन्हां दी जेड़े दयावान संत जन उन्हां दी मेहर नाल ਮੈਨੂੰ ਇਹ ਗੱਲ ਸਮਝ ਆਈ ਹੈ, ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ, ਮੇਰੇ ਗੁਰੂ ਨੇ ਜਾਂ ਜਿਹੜੇ ਸੰਤ ਗੁਰੂ ਦੇ ਪਿਆਰਿਆਂ ਨੇ, ਕਿ ਅਗਰ ਤੁਸੀਂ ਪ੍ਰਭੂ ਦੀ ਕੀਰਤ ਕਰੋਗੇ, ਪ੍ਰਭੂ ਦੇ ਗੁਣ ਗਾਓਗੇ, ਪ੍ਰਭੂ ਦੇ ਉਪਦੇਸ਼ ਨੂੰ ਮੰਨੋਗੇ, ਉਹੀ ਸਰਬ ਧਰਮ ਮਾਨੋ। ਮਤਲਬ ਕਿ ਉਹੀ ਸਭ ਤੋਂ ਵੱਡਾ ਧਰਮ ਹੈ। ਸਭ ਤੋਂ ਵੱਡਾ ਧਰਮ ਇਹੀ ਹੈ ਕਿ ਪ੍ਰਭੂ ਦੀ ਕੀਰਤ ਕਰਨੀ, ਪ੍ਰਭੂ ਦੇ ਗੁਣ ਗਾਣਾ। ਰਾਮ ਨਾਮ ਨਰ ਇਸ ਨਿਸਬਾਸੁਰ ਮੈਂ, ਤੇ ਰਾਤ दिन उस राम नाम दा में अगर मैं अपने हृदय विच उस राम नाम नू बसा ला, रात दिन हर एक क्षण उस परमात्मा दा दी अवेयरनेस विच रहा, ते उस नाल क्या होएगा कि जेड़ा मेरा जम दा फियर है या जेड़ी मौत दा डर है वो मिट जाएगा, ते मेरा ये जन्म जेड़ा है वो सवर जाएगा। जेड़ा मेरा जन्म दा मकसद है, मेरा इस जन्म में आने का, वो पूरा हो जाए। Very good, nice try, and ਹੋਰ ਇਹਦੇ ਚ ਕੋਸ਼ਿਸ਼ ਕਰੀਏ ਬੇਟਾ ਅੱਗੇ ਤੋਂ ਕਿ try to go between and behind the lines, ਹੈ ਨਾ। ਅੱਛਾ, ਹੋਰ ਕੌਣ ਕਰੇਗਾ ਜੀ? They're pretty easy, so don't have to contemplate too much. Anji? None so ever? No? परमजीत जी, कार सिंह जी, सिमरत जी, हरजीत भैन जी आज की गल ढिले ने, की बोलते नहीं? या पढ़ नहीं पाए? मैं तो इत्थे तक गई नहीं सा जे पढ़िया। अच्छा चलो कोई नहीं, कोई गल नहीं। आज ਤੁਹਾਡੇ ਨਾਲ ਫਤਿਹ ਨਹੀਂ ਸੀ ਨਾ ਹੋਈ, ਤੁਸੀਂ ਲੇਟ ਆਏ ਸੀ ਇਸ ਕਰਕੇ। ਸੌਰੀ, ਲੇਬਰ ਆ ਗਈ। ਕੋਈ ਗੱਲ। ਹਾਂਜੀ, ਕੌਣ ਕਰੂ?
ਹਾਂਜੀ ਮਨ ਭਿੱਜਣ ਦੀ ਗੱਲ ਹੋਈ ਹੈ ਪਹਿਲੇ, ਜਿਵੇਂ ਪਹਿਲੇ ਸੀ ਕਿ ਵੀ ਭਿੱਜਿਆ ਜਿਹੜਾ ਮਨ ਭਿੱਜਿਆ, ਗੁਰੂ ਸਾਹਿਬ ਨੇ ਕਿਹਾ ਰਾਮ ਭਗਤ ਮਨ ਭਿੱਜਿਆ, ਵੀ ਜਿਵੇਂ ਪੱਥਰ ਅੰਦਰੋਂ ਨਹੀਂ ਭਿੱਜਿਆ ਉਸ ਤਰ੍ਹਾਂ ਦੇ ਨਾਲ ਜਦੋਂ ਭਜਣਾ, ਉਹ ਕਿਹੜੀ ਜੁਗਤ ਹੋਵੇ ਜਿਹਦੇ ਨਾਲ ਅੰਦਰਲਾ ਮੇਰਾ ਭਿੱਜ ਜਾਵੇ ਤੇ ਦੁਰਮਤ ਜਿਹੜੀ ਹੈ ਉਹ ਖਤਮ ਹੋ ਜਾਵੇ। ਸੋ ਉਸ ਰਹਾਉ ਦੀ ਭਗਤੀ ਤੋਂ ਬਾਅਦ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਤੇ ਜਿਹੜਾ ਹੈ ਉਹ ਸਮਝ ਨਹੀਂ ਰਿਹਾ ਕੁਝ, ਵੀ ਉਸ ਨਾਮ ਦੀ ਸਮਝ ਦੀ ਸੋਝੀ ਨਹੀਂ ਪਾ ਰਿਹਾ ਜਿਹਦੇ ਨਾਲ ਉਹਨੂੰ ਨਿਰਵਾਣ ਪਦ ਦੀ ਪ੍ਰਾਪਤੀ ਹੋ ਸਕਦੀ ਹੈ, ਉਹਦੀਆਂ ਵਾਸ਼ਨਾ ਤੋਂ ਰਹਿਤ ਹੋ ਸਕਦਾ ਹੈ। ਕਿਉਂਕਿ ਇਹ ਜਿਹੜਾ ਮਨ ਉਲਝਿਆ ਹੋਇਆ ਮਾਇਆ ਦੇ ਵਿੱਚ ਤੇ ਆਪਣੇ ਆਪ ਨੂੰ ਅਗਿਆਨੀ ਬਣਾਇਆ ਬੈਠਾ ਹੈ, ਕਿਉਂਕਿ ਉਹ ਜਿਹੜਾ ਨਾਮ ਜਿਹਦੇ ਸਿਮਰਨ ਦੇ ਨਾਲ ਇਹ ਸਭ ਨਿਰਵਾਣ ਪਦ ਪ੍ਰਾਪਤ ਹੋਣਾ ਹੈ, ਉਸ ਨੂੰ ਉਸਦੀ ਸੂਝ ਉਸ ਨੂੰ ਨਹੀਂ ਹੋ ਰਹੀ। ਤੇ ਇਹ ਇਸ ਦੀ ਜਿਹੜੀ ਸੂਝ ਮਿਲਣੀ ਕਿੱਥੋਂ ਹੈ, ਜਦੋਂ ਉਹ ਸੰਗਤ ਵਿੱਚ ਜਾ ਕੇ ਜਿਨ੍ਹਾਂ ਦੇ ਨਾਲ ਜਿਹੜੇ ਮਤਲਬ ਕਿ ਬਾਣੀ ਦੀ ਸੰਗਤ ਜਿਹਨੂੰ ਹੋਏ, ਜਿੱਥੇ ਤੋਂ ਉਸਨੂੰ ਇਹ ਚੀਜ਼ ਦੀ ਸਮਝ ਆਵੇ, ਉਹਨਾਂ ਕੋਲੋਂ ਇਸ ਚੀਜ਼ ਦਾ ਪਤਾ ਲੱਗ ਸਕਦਾ ਹੈ ਕਿ ਵੀ ਜਿਹੜੇ ਵੀ ਉਹਨੇ ਸਮਝ ਲਓ ਸਾਰੇ ਧਰਮ ਦੇ ਕਰਮ ਕਰ ਲਏ ਨੇ, ਜਿਸਨੇ ਪਰਮਾਤਮਾ ਦੇ ਗੁਣ ਜਿਹੜੇ ਨੇ ਉਹ ਗਾਏ ਨਹੀਂ, ਗੁਣ ਧਾਰਨ ਕਰ ਲਏ ਤੇ ਆਪਣੇ ਜੀਵਨ ਨੂੰ ਉਹਨਾਂ ਦੇ ਗੁਣਾਂ ਦੇ ਵਿੱਚ ਢਾਲ ਲਿਆ। ਅਧਿਕਾਰ ਸਿੰਘ ਜੀ। ਅੱਛਾ, ਹੁਣ ਗੁਰੂ ਸਾਹਿਬ ਨੇ ਨਾ ਇੱਕ ਖਾਸ ਗੱਲ ਜਿਹੜੀ ਆ ਉਹ ਇਲੈਬੋਰੇਟ ਕੀਤੀ ਆ ਵੀ ਦੁਰਮਤ ਸਗਲ ਬਨਾਸੇ। ਹੁਣ ਇਹ ਦੁਰਮਤ ਜਿਹੜੀ ਆ ਇਹ ਅਸਲ ਵਿੱਚ ਇਹ ਕੀ ਹੈ, ਇੱਕ ਕਿਸਮ ਦੀ ਡਿਜ਼ੀਜ਼ ਆ, ਬਿਮਾਰੀ ਹੈ ਗੁਰੂ ਸਾਹਿਬ ਦੇ ਮੁਤਾਬਕ। ਹੁਣ ਜਿੱਦਾਂ ਮੈਂ ਵੇਖਾਂ, ਪਰ ਮੈਨੂੰ ਦੁਰਮਤ ਤੇ ਗੁਰਮਤ ਡਿਫਰੈਂਸ਼ੀਏਟ ਕਰਨੀ ਨਹੀਂ ਆਉਂਦੀ। ਮੈਨੂੰ ਨਹੀਂ ਪਤਾ ਕਿ ਦੁਰਮਤ ਕੀ ਹੁੰਦੀ ਹੈ ਤੇ ਗੁਰਮਤ ਕੀ ਹੁੰਦੀ ਹੈ, ਤੇ ਮੈਂ ਆਪਣਾ ਜੀਵਨ ਜਿਹੜਾ ਵਾ ਉਹ ਦੁਰਮਤ ਦੇ ਹਿਸਾਬ ਨਾਲ ਜੀਣਾ ਤੇ ਇਹਨੂੰ ਹੀ ਮੈਂ ਆਪਣੇ ਜੀਵਨ ਦੀ ਬੁਲੰਦੀ ਸਮਝਦਾ ਵਾਂ। ਪਰ ਇਹ ਹੁਣ ਗੁਰੂ ਸਾਹਿਬ ਦੀ ਅਵਸਥਾ ਵੇਖਦੇ ਹਾਂ ਕਿ ਕਿਹੜੀ ਅਵਸਥਾ ਦੇ ਵਿੱਚ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ। ਗੁਰੂ ਸਾਹਿਬ ਨੇ ਇਹ ਸਮਝ ਆਈ ਹੋਏਗੀ ਕਿ ਦੁਰਮਤ ਜਿਹੜੀਆਂ ਨੇ ਬੜੀ ਡੈਮੇਜਿੰਗ ਆ, ਬੜਾ ਮਨੁੱਖ ਦਾ ਡੈਮੇਜ ਬਹੁਤ ਕਰਦੀ ਹੈ। ਇੱਕ ਤੇ ਮਨੁੱਖ ਨੂੰ ਇਹ ਬੇਪਤ ਕਰਦੀ ਹੈ, ਦੂਜੀ ਇਹਦੀ ਜਿਹੜੇ ਦੁਰਮਤ ਵਾਲੇ ਲੋਕ ਹੁੰਦੇ ਮੇਰੇ ਵਰਗੇ, ਉਹਨਾਂ ਦੀ ਸਮਾਜ ਦੇ ਵਿੱਚ ਕੋਈ ਰਿਸਪੈਕਟ ਨਹੀਂ ਹੁੰਦੀ, ਤੇ ਜਿਹੜੀ ਉਹਨਾਂ ਦੀ ਆਤਮਿਕ ਡਿਸਐਡਵਾਂਟੇਜ ਹੁੰਦਾ, ਹਾਨੀ ਹੁੰਦੀ ਹੈ, ਉਹਨਾਂ ਦੀ ਕਦੀ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਤੇ ਗੁਰੂ ਸਾਹਿਬ ਸਾਧਾਂ ਤੋਂ, ਭਾਵ ਸੰਗਤ ਤੋਂ, ਆਪਣੇ ਦੋਸਤਾਂ ਤੋਂ ਇਹ ਜੁਗਤੀ ਪੁੱਛਦੇ ਨੇ ਕਿ ਹੇ ਮੇਰੇ ਵੀਰੋ, ਕੋ ਮੈਨੂੰ ਤਰੀਕਾ ਦੱਸੋ ਜਿਹਦੇ ਨਾਲ ਮੇਰੀ ਦੁਰਮਤ ਨੱਸ ਜਾਵੇ ਤੇ ਨਾਲ ਕੀ ਹੋਵੇ, ਰਾਮ ਭਗਤ ਮਨ ਭੀਜੇ। ਜਿਹੜਾ ਮਨ ਜਿਹੜਾ ਨਾ ਰਾਮ ਦੀ ਭਗਤੀ ਹੈ, ਜਿਹੜੀ ਗੁਰੂ ਦਾ ਉਪਦੇਸ਼ ਹੈ, ਜਿਹੜੀ ਗੁਰਬਾਣੀ ਉਹਦੇ ਵਿੱਚ ਗੜੋਚ ਹੋ ਜੇ, ਐ ਭਿੱਜ ਜਾਵੇ, ਇੰਬਿਊਡ ਹੋ ਜਾਵੇ। ਤੇ ਉਹ ਕਿਹੜਾ ਤਰੀਕਾ ਵਾ, ਉਹ ਮੈਨੂੰ ਮੇਰੇ ਵੀਰੋ ਮੈਨੂੰ ਦੱਸੋ। ਫਿਰ ਗੁਰੂ ਸਾਹਿਬ ਨੇ ਅਗਲੀਆਂ ਵੱਖਰੀਆਂ ਵੱਖਰੀਆਂ ਅਵਸਥਾਵਾਂ ਕੀਤੀਆਂ ਨੇ ਤੇ ਅਖੀਰ ਤੇ ਜਿਹੜਾ ਗੱਲ ਆ ਵੀ ਜਿਹੜੀ ਜਮ ਕੀ ਤਰਾਸ ਹੈ ਨਾ, ਮੌਤ ਦਾ ਡਰ, ਇਹ ਮਨੁੱਖ ਨੂੰ ਬੜਾ ਭੈਭੀਤ ਕਰਦਾ। ਮਨੁੱਖ ਇੰਨਾ, ਮੈਂ ਮਨੁੱਖ ਦੀ ਗੱਲ ਕਰਾਂ, ਮੈਂ ਆਪਣੇ ਆਪ 'ਚ ਇੰਨਾ ਅਣਜਾਣ ਆ ਤੇ ਮੈਂ ਆਪਣੇ ਆਪ ਨੂੰ ਇੱਥੇ ਹਮੇਸ਼ਾ ਲਈ ਅਸਥਿਰ ਬਣਾਈ ਫਿਰਦਾ ਕਿ ਮੈਂ ਇੱਥੇ ਸਦਾ ਲਈ ਰਹਿਣਾ ਵਾ ਤੇ ਮੈਂ ਨਹੀਂ ਜਾਣਾ। ਤੇ ਜੇ ਮੌਤ ਯਾਦ ਆਉਂਦੀ ਤੇ ਮੈਂ ਡਰਦਾ ਵਾਂ ਤੇ ਮੈਂ ਭੈਭੀਤ ਹੁੰਦਾ ਵਾਂ। ਹਾਂਜੀ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਕੋਈ ਮਨੁੱਖ ਹਰ ਕੀਰਤ ਗਾਉਣੀ ਸ਼ੁਰੂ ਕਰ ਦੇ, ਪ੍ਰਭ ਕੀਰਤ ਗਾਉਣੀ ਸ਼ੁਰੂ ਕਰ ਦੇ, ਤੇ ਉਹ ਕੀਰਤ ਦੇ ਵਿੱਚ ਹਰ ਸ਼ਬਦ ਦੇ ਵਿੱਚ, ਹਰ ਪੰਕਤੀ ਦੇ ਵਿੱਚ ਗੁਰੂ ਸਮਝਾਏਗਾ ਤੈਨੂੰ ਕਿ ਪੁੱਤਰ ਇੱਥੇ ਕਈ ਆਏ ਤੇ ਕਈ ਆਏ, ਧਰਤੀ ਅੰਦਰ ਕੋਟਗੜ ਕੀਤੀ ਗਈ ਵਜਾਏ,
ਜੋ ਅਸਮਾਨ ਨਾ ਮਾਮਣੀ 3 ਨੱਕ ਨੱਥਾਂ ਪਾਏ। ਹਾਂਜੀ, ਤੇ ਤੂੰ ਇੱਥੇ ਹਮੇਸ਼ਾ ਵਾਸਤੇ ਨਹੀਂ ਗਾ। ਅੱਛਾ, ਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਕੋਈ ਮਨੁੱਖ ਪਰਮਾਤਮਾ ਦੀ ਕੀਰਤੀ ਗਾਉਂਦਾ, ਹਰ ਵੇਲੇ ਗਾਉਂਦਾ, ਤੇ ਉਹ ਨਾ ਬਾਣੀ ਦੇ ਵਿੱਚ ਉਹਦਾ ਮਨ ਭਿੱਜ ਜਾਂਦਾ ਵਾ। ਤੇ ਬਾਣੀ ਦੇ ਉਪਦੇਸ਼ ਆਉਣ ਕਰਕੇ ਉਹਦੇ ਹਿਰਦੇ ਵਿੱਚ ਜਦੋਂ ਬਾਣੀ ਦਾ ਉਪਦੇਸ਼ ਵਸਣ ਲੱਗ ਜਾਂਦਾ ਵਾ, ਤੇ ਫਿਰ ਉਹ ਮਨੁੱਖ ਨਿਰਭਉ ਹੋ ਜਾਂਦਾ। ਫਿਰ ਇਹਨੂੰ ਅਸਲੀਅਤ ਦਾ, ਰਿਐਲਿਟੀ ਜਿਹੜੀ ਐਬਸੋਲੂਟ ਟਰੂਥ ਆ, ਉਹਦਾ ਇਹਨੂੰ ਪਤਾ ਲੱਗ ਜਾਂਦਾ ਕਿ ਇੱਕ ਦਿਨ ਤੇ ਮਰਨਾ ਹੀ ਹੈ, ਇਹ ਤੋਂ escape ਨਹੀਂ ਕੀਤਾ ਜਾ ਸਕਦਾ। ਮੈਂ ਮੌਤ ਤੋਂ ਬਚਣ ਲਈ ਕਈ ਹੱਥ ਕੰਡੇ ਤੇ ਵਰਤ ਸਕਦਾ ਵਾਂ, ਮੈਂ ਮੌਤ ਨੂੰ ਰਿਜੈਕਟ ਤੇ ਕਰ ਸਕਦਾ ਵਾਂ, ਪਰ ਮੈਂ escape ਨਹੀਂ ਕਰ ਸਕਦਾ। ਮੈਨੂੰ ਇੱਥੋਂ ਕੂਚ ਕਰਨਾ ਹੀ ਪਏਗਾ। ਇਹ ਗੁਰਬਾਣੀ ਜਿਹੜੀ ਆ, ਗੁਰਬਾਣੀ ਜਾਂ ਜਿਹੜੀ ਗੁਰਮਤਿ ਆ, ਉਹ ਮਨੁੱਖ ਨੂੰ ਸਮਝਾ ਦਿੰਦੀ ਆ, ਤੇ ਸਮਝਿਆ ਮਨੁੱਖ ਨਿਰਭੈ ਹੋ ਜਾਂਦਾ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਆਪਣਾ ਟਾਈਮ ਬਿਤਾਉਂਦਾ। ਹਾਂਜੀ, ਥੈਂਕ ਯੂ। ਲਿਟਲ ਬਿਟ ਇੱਥੇ ਜਿਹੜਾ ਸਾਧੂ ਹੈ ਨਾ, ਜੇ ਮੇਰੇ ਕੋਲ ਕੋਈ ਨਾ ਹੋਵੇ ਤੇ ਫੇਰ ਮੈਂ ਸਾਧੂ ਕਿਹਨੂੰ ਕਵਾਂ? ਸੰਤ ਜਨਾਂ ਨੂੰ, ਸਤਸੰਗੀਆਂ ਨੂੰ, ਜਾਂ ਆਪਣੇ ਮਨ ਨੂੰ? ਆਪਣੇ ਮਨ ਨੂੰ। ਹਾਂਜੀ, ਸੋ ਇੱਕ ਹੋ ਗਿਆ। ਦੂਸਰਾ, ਜਾਤੇ ਦੁਰਮਤ ਸਗਲ ਬਿਨਾਸੈ। ਸਾਰੀ ਉਹਨੇ ਗੱਲ ਕੀਤੀ ਵੀਰ ਜੀ ਨੇ ਕਿ ਮੇਰੇ ਕੋਲ ਪਤਾ ਨਹੀਂ ਕਿੰਨੀ ਦੁਰਮਤ ਹੈ, ਅਨੰਤ ਹੈ, ਬੇਅੰਤ ਹੈ, ਪਰ ਇੱਕ ਗੱਲ ਪੱਕੀ ਹੈ ਕਿ ਜੇ ਮੈਂ ਜੁਗਤ ਸਹੀ ਫੜ ਲਵਾਂ, ਦਵਾਈ ਠੀਕ ਜਿਹੜੀ ਹੈ ਮੈਨੂੰ ਦੇ ਦੇਵੇ ਡਾਕਟਰ, ਤੇ ਮੈਂ ਬਿਲਕੁਲ ਤੰਦਰੁਸਤ ਹੋ ਸਕਦਾ। ਸਾਰੀ ਜਿਹੜੀ ਮੇਰੀ ਬਿਮਾਰੀ ਹੈ ਉਹ ਦੂਰ ਹੋ ਸਕਦੀ ਹੈ। ਤੇ ਮੇਰਾ ਵੈਦ ਤੇ ਹੈ ਹੀ ਗੁਰੂ ਗੋਬਿੰਦਾ ਏ, ਜਿਹੜਾ ਕਿ ਮੈਨੂੰ ਕਾਟੇ ਜੰਮ ਕੀ ਫੰਦਾ ਏ। ਇਸ ਕਰਕੇ ਮੈਨੂੰ ਇਸ ਗੱਲ ਦਾ ਡਰ ਨਹੀਂ ਹੋਣਾ ਚਾਹੀਦਾ। ਤੇ ਮੇਰਾ ਰਾਮ ਦੇ ਨਾਲ ਮਨ ਭਿੱਜ ਜਾ। ਇਹ ਹੁਣੇ ਜਿਹੜੀ ਗੱਲ ਕਰ ਰਹੇ ਸਨ ਭੈਣ ਜੀ, ਭਈ ਪੱਥਰ ਤੇ ਪਾਣੀ ਦੀ, ਕਿ ਪੱਥਰ ਜਿਹੜਾ ਉਹ ਭਿੱਜਦਾ ਹੀ ਨਹੀਂ, ਤੇ ਮੇਰਾ ਮਨ ਵੀ ਜਿਹੜਾ ਮਨੂਰ ਹੈ, ਇਹ ਜੰਗ ਖਾਧਾ ਹੋਇਆ ਹੈ, ਇਹਦੇ ਤੇ ਨਾਮ ਦਾ ਅਸਰ ਹੁੰਦਾ ਹੀ ਨਹੀਂ। ਪਰ ਮੈਂ ਉਸ ਜੁਗਤ ਦੀ ਤਲਾਸ਼ ਕਰਾਂ ਜਿਹਦੇ ਨਾਲ ਮੇਰਾ ਮਨਾ, ਤੈਨੂੰ ਹੁਣ ਕੀ ਕਰੇਗਾ ਤੂੰ, ਭਈ ਜਿਹਦੇ ਨਾਲ ਤੇਰੀ ਜਿਹੜੀ ਹੈ ਭੈੜੀ ਮੱਤ ਹੈ, ਭੈੜੀਆਂ ਸੋਚਾਂ ਨੇ ਤੇਰੀਆਂ ਚਲੀਆਂ ਜਾਣ, ਤੇ ਰਾਮ ਭਗਤ ਮਨ ਭੀਜੈ, ਤੇ ਤੇਰੀ ਤੂੰ ਜਿਹੜਾ ਭਿੱਜ ਜਾਏ। ਫਿਰ ਜਦੋਂ ਇਹ ਜਿਹੜਾ ਗਿਆਨ ਹੈ, ਇਹਨੇ ਕਿੱਥੋਂ ਆਣਾ ਹੈ? ਬਾਹਰੋਂ। ਪਾਤਸ਼ਾਹ ਕਹਿੰਦੇ ਨੇ ਨਾ, ਮਨ ਮਾਇਆ ਮੈਂ ਉਰਜ ਰਹਿਓ ਹੈ, ਬੂਝੇ ਨਾ ਕਛ ਗਿਆਨ। ਬੂਝੇ ਨਾ ਕਛ ਗਿਆਨ। ਹੁਣ ਇਹ ਕਿੱਥੋਂ ਆਊਗਾ? ਇਹ ਗਿਆਨ ਸ਼ੈ ਕੀ ਹੈ? ਥੋੜਾ ਜਿਹਾ ਮੈਂ ਇਹਨੂੰ ਜੇ ਆਪਣੇ ਅੰਦਰੋਂ ਲੱਭਣਾ ਮੈਂ ਅੰਦਰੋਂ, ਕਿਉਂਕਿ ਹੋਰ ਕੋਈ ਨਹੀਂ ਹੈਗਾ ਮੇਰੇ ਆਲੇ ਦੁਆਲੇ, ਮੈਂ ਇਕੱਲਾ ਹੀ ਗੱਲ ਕਰ ਰਿਹਾ ਤੇ ਕੰਟੈਂਪਲੇਟ ਕਰ ਰਿਹਾ, ਫੋਕਸ ਕਰਨਾ ਚਾਹ ਰਿਹਾ, ਲੱਭਣਾ ਚਾਹ ਰਿਹਾ। ਤੇ ਜੇ ਮੈਂ ਇਸ ਤਰ੍ਹਾਂ ਸਮਝਾਂ ਕਿ ਮੈਂ ਡਾਰਕ ਸੈਲ ਦੇ ਵਿੱਚ ਹੈਗਾ ਤੇ ਮੈਂ ਆਪਣੀ ਜੀਵਨ ਬਿਤਾਉਣਾ, ਤੇ ਮੈਂ ਕਿਵੇਂ ਬਿਤਾਵਾਂ? ਸਾਰੇ ਜਿਹੜੇ ਵਿਕਾਰ ਨੇ ਮੈਨੂੰ ਘੇਰੀ ਬੈਠੇ ਨੇ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ। ਤੇ ਹੈ ਨਾ, ਉਹ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਉਦਾਂ ਦਾ ਮੇਰੀ ਅਵਸਥਾ ਹੋ ਗਈ ਹੈ। ਤੇ ਹੁਣ ਇਹ ਗਿਆਨ ਨੂੰ ਜੇ ਮੈਨੂੰ ਏਦਾਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਬਬੇਕਾ। ਵਿਵੇਕ ਜਿਹੜਾ ਏ, ਇਹਨੂੰ ਜੇ ਮੈਂ ਐਨਾਲਿਸਿਸ ਕਰਾਂ, ਤੇ ਬਿਬ ਦਾ ਮਹਿਣਾ ਹੁੰਦਾ 2, ਤੇ ਏਕ ਦਾ ਮਹਿਣਾ ਹੁੰਦਾ 1। ਜਿਹੜਾ ਮੈਨੂੰ 2 ਤੋਂ 1 ਕਰ ਲੈ, ਜਿਹੜੀ ਸੋਚ, ਜਿਹੜੀ ਥਾਟ ਵਿਵੇਕ 2 ਤੋਂ 1 ਵਾਲੇ ਪਾਸੇ ਲੈ ਜਾਏ, ਉਹੀ ਵਿਵੇਕ ਹੈ, ਉਹੀ ਗਿਆਨ ਹੈ। ਜਿਹੜਾ ਮੈਨੂੰ ਮਾਇਆ ਦੇ ਦੋਗਲੇ ਪੰਚੋਂ, ਦੁਬਾਜਰੇ ਪੰਚੋਂ, ਡੁਐਲਿਟੀ ਚੋਂ ਇੱਕ ਦੇ ਵਿੱਚ ਜੋੜ ਦਵੇ, ਉਹ ਮੇਰੀ ਗਿਆਨ ਹੈ, ਉਹੀ ਵਿਵੇਕ ਹੈ। ਤੇ ਗਿਆਨ ਕਿਹੜਾ? ਜਿਹੜਾ ਗੁਰੂ ਕੋਲੋਂ ਆਣਾ। ਇਹ ਖਿਆਲ ਰਹੇ, ਇਹ ਬਹੁਤ ਜ਼ਰੂਰੀ ਹੈ। ਗਿਆਨ ਕਿਸੇ ਭੈਣ ਦਾ, ਕਿਸੇ ਵੀਰ ਦਾ, ਕਿਸੇ ਬਾਬੇ ਦਾ ਦਿੱਤਾ ਹੋਇਆ ਨਹੀਂ ਆਣਾ। ਗੁਰੂ ਦੇ ਕੋਲੋਂ ਜਿਹੜਾ ਗਿਆਨ ਆਉਣਾ ਹੈ, ਉਹਨੇ ਕਰਨਾ। ਔਰ ਉਹ ਜਿਹੜਾ ਅਗੇਨ ਹਾਥੀ ਵਾਲੀ ਐਗਜ਼ਾਮਪਲ ਹੈ
ਸਾਰੰਗ ਰਾਗ ਹੈ ਸ਼ਾਇਦ ਉਹਦੀ, ਗੁਰ ਕੁੰਜੀ ਨਹੀਂ ਸੌਰੀ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾ ਖਿੰਚੇ ਤਾਂ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉਜੜ ਪਾਏ। ਭਈ ਮਨ ਮੇਰਾ ਹਾਥੀ ਹੈ ਤੇ ਮਨ ਪੀਲਕ ਤੇ ਕੁੰਚਰ, ਮਨ ਪੀਲਕ ਸੌਰੀ ਮਨ ਕੁੰਚਰ ਪੀਲਕ ਗੁਰੂ, ਤੇ ਉਹਦਾ ਜਿਹੜਾ ਮਾਹੂਟ ਹੈ ਉਹ ਗੁਰੂ ਹੈ। ਤੇ ਗੁਰੂ ਦੇ ਕੋਲ ਜਿਹੜੀ ਉਹਨੂੰ ਅੰਗਰੇਜ਼ੀ ਚ ਮੈਂ ਭੁੱਲ ਗਿਆ ਉਹਦਾ, ਉਹ ਜਿਹੜਾ ਉਹਦਾ ਕੁੰਡਾ ਏ ਉਹ ਹੈ ਗਿਆਨ। ਜਦੋਂ ਗੁਰੂ ਮੇਰੇ ਗਿਆਨ ਦੇ ਕੁੰਡੇ ਦੇ ਨਾਲ ਮੇਰੇ ਮਨ ਨੂੰ ਸੇਧਦਾ ਹੈ, ਸਟੀਅਰ ਕਰਦਾ ਹੈ, ਤੇ ਮੇਰਾ ਮਨ ਬੰਦੇ ਦਾ ਪੁੱਤ ਬਣ ਕੇ ਤੁਰੀ ਜਾਂਦਾ ਹੈ। ਜੈ ਖਿੰਚੇ ਤਾਂ ਜਾਏ, ਨਾਨਕ ਹਸਤੀ ਕੁੰਡੇ ਬਾਹਰਾ। ਇਹ ਮਨ ਜਿਹੜਾ ਹੈ ਜੇ ਗਿਆਨ ਤੋਂ ਹੀਨ ਹੈ ਤੇ ਫਿਰ ਉਜੜ ਪਾਏ ਹੈ। ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਦੂਜਾ। ਜਦੋਂ ਵੀ ਮੈਂ ਭਾਵ ਦੂਜੇ 'ਚ ਜਾਵਾਂਗਾ, ਇਸ ਕਰਕੇ ਇਹ ਮੇਰਾ ਮਨ ਜਿਹੜਾ ਹੈ ਇਹ ਮੁਲਵਸ ਹੈ, ਇਹ ਅਬਜ਼ੌਰਬਡ ਹੈ ਦੂਜੇ ਇੱਕ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ। ਤੇ ਬੂਝੇ ਨਾ ਕੱਛ ਗਿਆਨਾ, ਕੋਈ ਗਿਆਨ ਦੀ ਗੱਲ ਇਹਨੂੰ ਸਮਝ ਨਹੀਂ ਆਉਂਦੀ। ਤੇ ਕੌਣ ਨਾਮ ਜਗ ਜਾਂ ਕਹਿ ਸਿਮਰੈ ਪਾਵੈ ਪਦ। ਹੁਣ ਕਿਉਂਕਿ ਜੁਗਤ ਦੀ ਗੱਲ ਹੋ ਰਹੀ ਹੈ ਨਾ, ਤੇ ਕਿਹੜਾ ਨਾਮ ਜਪੇ ਜਿਹਦੇ ਨਾਲ ਇਹਨੂੰ ਨਿਰਵਾਣ ਪ੍ਰਾਪਤੀ ਹੋ ਜਾਏ। ਹੁਣ ਮੈਂ ਜਿਹੜਾ ਨਾਮ, ਮੈਨੂੰ ਕਹਿੰਦੇ ਜੀ ਵੀ ਇਹ ਫਲਾਣਾ ਕਲਟ ਕਹਿੰਦਾ ਜੀ ਕਿ ਵਾਹਿਗੁਰੂ ਵਾਹਿਗੁਰੂ ਕਰ ਲਿਆ, ਸਾਰੀ ਉਮਰ ਹੋ ਗਈ, ਗੁੱਸਾ ਤੇ ਮੇਰਾ ਗਿਆ ਕੋਈ ਨਹੀਂ। ਸਾਰੀ ਉਮਰ ਮੈਂ ਕਹਿੰਦਾ ਜੀ ਮੈਂ ਪਾਠ ਕਰ ਲਾਂ, ਨਿਤਨੇਮ ਕਰ ਲਾਂ, ਮੈਂ ਸਹਿਜ ਪਾਠ ਕਰ ਲਾਂ, ਮੈਂ ਕੀਰਤਨ ਕਰ ਲਾਂ। I mean, ਜੋ ਮੈਨੂੰ ਕਿਸੇ ਨੇ ਕਿਹਾ, ਇਹ ਨਹੀਂ ਕਿ ਮੈਂ ਕੀਤਾ ਨਹੀਂ, I was very serious. Or whenever I went inside, analyzed myself or retrospected, I found out that the problem is still there. That means ਕਿ ਦਵਾਈ ਜਿਹੜੀ ਹੈ ਉਹ ਜਾਂ ਤੇ ਮੈਨੂੰ ਵਧੀਆ ਨਹੀਂ ਮਿਲੀ ਤੇ ਜਾਂ ਮੈਂ ਖਾਧੀ ਨਹੀਂ, ਜਿੰਨੇ ਵੀ ਕਿਸੇ ਨੇ ਦੱਸਿਆ। ਹਾਂ, ਜੇ ਮੈਂ ਕਿਧਰੇ ਗੁਰੂ ਦੇ ਕੋਲ ਜਾਵਾਂ, ਉਹਦੇ ਕੋਲੋਂ ਗਿਆਨ ਲਵਾਂ, ਤੇ ਨਾਲ ਹੀ ਨਿਸ਼ਾਨੀ ਵੀ ਹੈਗੀ ਹੈ ਕਿ ਗੁਰੂ ਦੇ ਗਿਆਨ ਦੇ ਨਾਲ ਮੇਰੀ ਇਹ ਜਿਹੜੀ ਹੈ ਉਹ ਐਨਲਾਈਟਨਡ ਹੋ ਜਾਏ। ਤਾਂ ਫਿਰ ਅਗੇਨ ਸੰਤ ਜਨ, ਇੱਥੇ ਸੰਤ ਕੌਣ ਹੈ ਜੀ? ਬਾਬਾ ਜੀ ਚੋਲੇ ਵਾਲੇ। ਮੈਂ ਵੀ ਪਾ ਕੇ ਆਣਾ, ਤੁਸੀਂ ਵੀ ਪਾਓ, ਆਪਾਂ ਆਪਸ ਚ ਲੜੀਏ। ਭਏ ਦਇਆਲ ਕਿਰਪਾਲ ਸੰਤ ਜਨ, ਇੱਥੇ ਪਲੂਰਲ ਹੈ। ਗੁਰੂ ਜਨ, ਗੁਰਬਾਣੀ, ਹੁਕਮ, ਨਾਮ, ਇਹ ਸਾਰਾ। ਤਬ ਇਹ ਬਾਤ ਬਤਾਈ, ਜਦੋਂ ਮੇਰੇ ਤੇ ਮਾਲਕ ਨੇ ਰਹਿਮਤ ਕੀਤੀ, ਮੈਨੂੰ ਗੁਰੂ ਦਾ ਲੜ ਫੜਾਇਆ, ਤੇ ਮੇਰੇ ਤੇ ਮਾਲਕ ਨੇ, ਗੁਰੂ ਨੇ ਮੇਰੇ ਤੇ ਮਿਹਰ ਕੀਤੀ ਹੈ। ਤੇ ਸਰਬ ਧਰਮ ਮਾਨੋ ਤੈ ਕੀ। ਗੱਲ ਬੜੀ ਭਾਰੀਆਂ ਨੇ, ਤੁਸੀਂ ਇਹ ਸਮਝ ਲਓ ਕਿ ਸਾਰੇ ਧਰਮ ਕਰਮ ਹੋ ਗਏ ਉਹਦੇ। ਹੁਣ ਜੇ ਮੈਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਏ ਤੇ ਫਿਰ ਮੈਂ ਕਿਸੇ ਬਾਬੇ ਦਾ ਦੱਸਿਆ ਹੋਇਆ ਨਾਮ ਜਪਾਂ? ਇਹ ਮਸਲਾ ਹੈ ਮੇਰਾ। ਸਰਬ ਧਰਮ ਮਾਨੋ ਤੇ ਕੀਏ, ਜਹ ਪ੍ਰਭ ਕੀਰਤ ਗਾਈ। ਹੁਣ ਕੀਰਤ ਜਿਹੜੀ ਹੈ ਉਹ ਜਿਸ ਤਰ੍ਹਾਂ ਨਿਆਣਾ ਗਾਉਂਦਾ ਹੈ ਨਾ, ਤੁਰਦਾ ਫਿਰਦਾ ਉੱਠਦਾ ਬਹਿੰਦਾ, ਡੈਡੀ ਸ਼ਾਮ ਕੋ ਆਏਂਗੇ ਹਮ ਆਈਸਕ੍ਰੀਮ ਖਾਣੇ ਜਾਏਂਗੇ, ਇਹ ਉਹੋ ਜਿਹੀ ਕੀਰਤ ਹੈ। ਬੇਸੁੱਧ ਜਾਂ ਸੁੱਧ ਦੋਵਾਂ ਸਟੇਟ ਆਫ ਮਾਈਂਡ ਦੇ ਵਿੱਚ ਇੱਕੋ ਹੀ ਗੱਲ ਹੈ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਅਨੇਕ ਬਾਰ ਕਰ ਬੰਧਨ ਸੰਤਨ, ਉਹਾਂ ਚਰਨ ਗੋਬਿੰਦ ਕੀ ਬਸਨਾ। ਉਹ ਕੀਰਤ, ਜੈ ਕੀਰਤਨ ਤੇਰਾ ਸਾਧੂ ਗਾਵੇ ਤਾਂ ਮੇਰਾ ਮਨ, ਉਹ ਕੀਰਤਨ। ਜੈ ਘਰ ਅਸੀਂ ਸਭ ਤੋਂ ਪਹਿਲੀ ਕਲਾਸ ਚ ਕੀਤਾ ਹੋਇਆ, ਜੈ ਘਰ ਕੀਰਤ ਆਖੀ ਹੈ। ਜਿਹੜੀ ਸਟੇਟ ਆਫ ਮਾਈਂਡ ਦੇ ਵਿੱਚ ਵੀ ਤੈਨੂੰ ਅਕਾਲ ਪੁਰਖ ਦੀ ਉਸਤਤ ਕਹਿਣੀ ਪਵੇ,
ਜਾਂ ਤੂੰ ਕਹਿ ਸਕੇ ਉਹ ਕਰ ਤੇ ਤਿਤ ਘਰ ਗਾਵੋ ਸੋਇਲਾ, ਤੂੰ ਉਸੇ ਘਰ ਦੇ ਵਿੱਚ ਗੀਤ ਗਾ, ਉਸੇ ਸਟੇਟ ਆਫ ਮਾਈਂਡ ਚ ਹੈ। ਸਮਝ ਆਉਂਦੀ? टाइम ऑलमोस्ट हो गया। आई सी के ਜਾਂਦੀ ਬਹਾਰ ਦੇ ਮੇਵੇ ਪਰਮਜੀਤ ਕੌਰ ਸੋਚਦੀ ਮੈਂ ਵੀ ਲੈ ਲਾਂ, ਅਨਮਿਊਟ ਕੀਤਾ ਹੈ। ਵੈਲਕਮ। ਨਹੀਂ, ਮੈਂ ਸੋਚ ਰਹੀ ਸੀ ਕਿ ਇਹਨੇ ਕਿੰਨੇ ਅਸੀਂ ਗੁਰੂ ਤੇਗ ਬਹਾਦਰ ਦੀ ਬਾਣੀ ਕਰਦੇ ਗਏ ਔਰ ਮਨ ਦੀ ਸਾਡੀ ਇੰਨੀ ਬੁਰੀ ਹਾਲਤ ਹੈ, ਇੰਨੀ ਬੁਰੀ ਹਾਲਤ ਹੈ। ਕਿੰਨੇ ਐਗਜ਼ਾਮਪਲਸ थे कि पर इत्थे एक जगह कहते हैं कि राम नाम नर निस्पासर में निमक एक उतारे। भले इन्नी भैड़ी अवस्था है साडी कि एक निमक भी उतार लिए तो उदा बिरद इन्ना अच्छा कि सानू मतलब जोड़ लेगा। मतलब कि इन्नी बुरी हालत है कि एक निमक भी उन्होंने उतारना मुश्किल है साडे वास्ते। एक निमक भी कर लो, मतलब गुरु जी कह रहे एक निमक भी कर ले मेरे मन, एक निमक भी नु कर। ਹਾਂਜੀ, ਉਹਦੇ ਚ ਇਸ ਤਰ੍ਹਾਂ ਸਮਝ ਆਉਂਦੀ ਹੈ ਕਿ ਐਜ਼ ਅ ਮਦਰ ਔਰ ਐਜ਼ ਅ ਫਾਦਰ ਮੈਨੂੰ ਬੱਚਾ ਮੇਰਾ 10 ਵਾਰੀ ਆ ਕੇ ਮਿਲਦਾ ਜਦੋਂ ਮੈਂ ਕੰਮ ਤੋਂ ਆਨਾ, ਪਰ 10 ਵਾਰੀ ਮੈਨੂੰ ਉਹ ਇੰਟੈਂਸਿਟੀ ਫੀਲ ਨਹੀਂ ਹੁੰਦੀ। ਪਰ ਕਿਸੇ ਇੱਕ ਮੋਮੈਂਟ ਤੇ ਜਾਂ ਇੱਕ ਤੋਂ ਜ਼ਿਆਦਾ ਵੀ, I won't negate everything, but ਕਈ ਵਾਰੀ ਇੱਕ ਤੋਂ ਜ਼ਿਆਦਾ ਔਰ ਸਿਰਫ ਇੱਕ ਵੇਲੇ ਇੰਨਾ ਨਿੱਘ ਆ ਜਾਂਦਾ ਹੈ ਨਾ ਕਿ ਮੇਰਾ ਅੰਦਰ ਭਰ ਜਾਂਦਾ ਹੈ। ਉਦੋਂ ਜਿਹੜੀ ਸਟੇਟ ਆਫ ਮਾਈਂਡ ਹੈ, ਜੇ ਮੈਂ ਮਨੋਵਿਗਿਆਨੀ ਹੋਵਾਂ ਤੇ ਮੈਂ ਬੱਚੇ ਦੇ ਅੰਦਰ ਝਾਤ ਮਾਰ ਸਕਦਾ, ਉਸ ਵੇਲੇ he or she is totally out to love me with no hanky panky, no other thoughts। ਤੇ ਕਿਉਂਕਿ ਇਹ ਜਿਹੜੀ ਤੁਹਾਡਾ ਗੱਲ ਹੈ, ਬਿਲਕੁਲ ਸਵਾਲ ਠੀਕ ਹੈ, ਪਰ ਹੁਣ ਮੈਂ ਆਪਣੇ ਅੰਦਰ ਝਾਤ ਮਾਰ ਸਕਦਾ ਨਾ ਕਿ ਮੈਂ ਉਹਦੀ ਗਾਂਦਾ ਤੇ ਹਾਂ, ਪਰ ਮੈਂ ਉਹ ਹੈ ਨਾ ਜਿਹੜਾ ਸਾਥ ਨਾ ਲੀਜੈ ਕੋਏ, ਮੈਂ ਕਹਿੰਦਾ ਨਹੀਂ ਇਹ ਮੇਰੇ ਲਈ ਨਹੀਂ ਹੈ, ਮੈਂ ਸਾਥ ਸਭ को लीजिए, साध के मिलने जाइए साध सभी को ले, क्योंकि मैं अपनी बाणी बना लेनी है। मैं सारियां ਨੂੰ ਪਹਿਲੀ ਗੱਲ ਤੇ ਅੰਦਰ ਵੜਦਾ ਹੀ ਨਹੀਂ। ਮੈਂ ਕਹਿੰਦਾ ਚਲੋ ਬੱਚਿਓ ਤੁਸੀਂ ਵੀ ਯੂ ਹੈਵ ਟੂ ਗੋ देयर। ਮੈਂ ਕਿਉਂਕਿ ਪਰਉਪਕਾਰੀ ਵੀ ਆ ਨਾ, ਭੈਣ ਜੀ ਉਹ ਬੜਾ ਵਧੀਆ ਕੀਰਤਨ ਕਰ, ਉਹ ਬੜੀ ਵਧੀਆ ਕਥਾ, ਤੁਸੀਂ ਵੀ ਆਓ। ਆਪ ਤੇ ਡੁੱਬਿਓ ਬਾਹਮਣਾ ਜਜਮਾਨ ਵੀ ਨਾਲੇ, ਉਹਨਾਂ ਨੂੰ ਵੀ ਨਾਲ ਹੀ ਲੈ ਕੇ ਤੁਸੀਂ ਵੀ, ਅਸੀਂ ਕਿਉਂਕਿ ਪਰਉਪਕਾਰੀ ਬਣਨਾ। ਜਦ ਤੱਕ ਮੈਂ ਜ਼ੀਰੋ ਹੋ ਕੇ ਨਹੀਂ ਜਾਣਾ ਉਹਦੇ ਕੋਲ, ਕਿਉਂਕਿ ਸਾਹਿਬ ਉੱਥੇ ਜਾਣ ਦੀ ਲੋੜ ਵੀ ਨਹੀਂ ਪੈਣੀ, ਉੱਥੇ ਆਟੋਮੇਸ਼ਨ ਹੈ। ਸਾਹਿਬ ਸਦਾ ਹਜ਼ੂਰ ਹੈ, ਹੀ ਇਜ਼ देयर, ਹੀ ਇਜ਼ ਵਾਚਿੰਗ ਮੀ। ਭਰਮੇ ਕੇ ਛੋੜ ਕੱਟ ਕੇ ਅੰਦਰ ਜੋਤ ਤਰੇ। ਉਹ ਤੇ ਸਿਰਫ ਇਹ ਦੇਖ ਰਿਹਾ ਹੈ ਕਿ ਮੇਰਾ ਬੱਚਾ ਆਊਟਰਾਈਟਲੀ ਆਲ ਆਊਟ ਫॉर ਮੀ ਕਦੋਂ ਮੈਨੂੰ ਕਹਿੰਦਾ ਕਿ ਹਾ ਹਾ ਪ੍ਰਭ ਰਾਖ ਲਿਆ। ਉਹ ਤੇ ਬੈਠਾ ਉੱਥੇ। ਉਹ ਤੇ ਜਿਹੜੀ ਅਸੀਂ ਮਹਾਭਾਰਤ ਦੀ ਕਹਾਣੀ ਉਹਦੇ ਚੋਂ ਚੰਗੀ ਗੱਲ ਸਿੱਖਣੀ ਹੈ ਕਿ ਉਹ ਕਹਿੰਦੀ ਤੂੰ ਮੇਰਾ ਬਚਪਨ ਦਾ ਦੋਸਤ ਸੈਂ ਤੇ ਤੂੰ ਆਇਆ ਕਿਉਂ ਨਾ, ਮੇਰੀ ਬੇਪਤੀ ਹੋ ਰਹੀ ਸੀ ਤੇ ਮੈਂ ਤੈਨੂੰ ਇੰਨਾ ਬੁਲਾਇਆ। ਕਹਿੰਦਾ ਨਹੀਂ, ਲੈਟ ਅਸ ਰੀਵਾਈਂਡ ਯੂਰ ਥਾਟ ਪ੍ਰੋਸੈਸ। ਉਹ ਕਹਿੰਦਾ ਤੂੰ ਮੈਨੂੰ ਕਿਹਾ ਬਚਾ ਲੈ। ਹਾਂਜੀ ਕਿਹਾ ਮੈਂ। ਤੇ ਉਸ ਤੋਂ ਬਾਅਦ ਫਿਰ ਤੂੰ ਕੀ ਕੀਤਾ? ਕਹਿੰਦੀ ਕੀਤਾ ਕਿ ਉਹ ਮੇਰੀ ਧੋਤੀ ਖੋਲ ਰਹੇ ਸਨ ਤੇ ਮੈਂ ਹੱਥ ਨਾਲ ਫੜਿਆ। ਕਹਿੰਦਾ ਓਕੇ, ਇਹਦਾ ਮਤਲਬ ਤੈਨੂੰ ਹੱਥਾਂ ਤੇ ਯਕੀਨ ਸੀਗਾ, ਮੇਰੇ ਤੇ ਨਹੀਂ। ਫਿਰ ਤੂੰ ਗੋਡਿਆਂ 'ਚ ਫੜਿਆ, ਫਿਰ ਤੂੰ ਦੰਦਾਂ 'ਚ ਫੜਿਆ। ਸੋ ਯੂ ਵਰ ਨਾਟ ਬੈਂਕਿੰਗ ਅਪਨ ਮੀ ਡਿਸਪਾਈਟ ਯੂਰ ਸੇਇੰਗ। ਤੇ ਮੈਂ ਤੇ ਉੱਥੇ ਹੀ ਸੀ ਜਦੋਂ ਤੂੰ ਖੜਿਆ ਵੀ ਉੱਪਰ ਭੁਜਾ ਕਰਕੇ ਮੈਂ ਗੁਰ ਪੈ ਬਾਣੀ ਚਾਹੁੰਦਾ, ਉੱਪਰ ਭੁਜਾ ਕਰਕੇ ਮੈਂ ਗੁਰ ਪੈ ਪੁਕਾਰਿਆ ਤਿਨਹੋਂ ਲਿਆ ਛਡਾਈ। When I came or I grasped or I got into complete surrender mode, you were there. है ना, वो प्रभ आए मिले खिन ढील ना पईया।
गुर गुर करत शरण जो आवे। हुण दो चीज़ां ने इत्थे, एक ते मैं गुरु कहना है या फील करना है, ते एक मैं उहदे आगोश नूं तरसना है, तां उहने मिलना है मैनूं। वो ते तैयार बैठा है, मैं ही बूआ नहीं खोलदा। मेरे वर्गा सी कहंदा पाशा तू आंदा ते है नहीं, रोज कह छड़दा अन्न। वो कहंदा तू कुंडी इन्नी तगड़ी लाई हुंदी है, मैं आवां कित्थों? उठ के कुंडी खोल मेरे लिए, ते मैं आया बैठा। सो वो कुंडी जिहड़ी है वो मेरे अंदर मेरियां दुरमत सोचां दी है, ते मैनूं लोड़ है कि मैं वो कुंडी खोल के बैठिया करा। इन्नी को गल है। ठीक है जी, बस करिए। आज रश्मीत नहीं आई, चलो I can do, or if anyone else can do. हाँ जी वाई नॉट, साढ़े कोल हर वेले स्टपनी मौजूद है। ये ना स्टपनी गायब हो जाए वखरी गल है, और लैके वो चक्के तो वो पासे लग जाती है सड़क तो परे किदों गुंडी खेडन। हाँ जी प्यारे जी, चलो करो कृपा। एक ओंकार सतनाम करता पुरख निरभਉ निर्वैर अकाल मूरत आजुनी सैभं गुर प्रसाद। एक ओंकार सतनाम करता पुरख निरभਉ निर्वैर अकाल मूरत आजुनी सैभं गुर प्रसाद। एक ओंकार सतनाम करता पुरख निरभਉ निर्वैर अकाल मूरत आजुनी सैभं गुर प्रसाद। टोडी महला पंजवा हमारे के हरि हरि आने अवर से जान ना करी। हमारे के हरि हरि आने अवर से जान ना करी। वड्डे भाग गुर अपना पायो गुरमुख हर नाम दरड़ायो रहाओ। जाप ताप बतर सब ने मां हर हर ध्याए कुशल सब खेमा। आचार व्यवहार जात हर गुनिया महानंद कीर्तन हर सुनिया। कहो नानक जिन ठाकुर पाया सब किस तिसके गृह में आया। कहो नानक जिन ठाकुर पाया सब किस तिसका गृह में आया। सब किस तिसके गृह में आया। वाहेगुरु 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 वाहे जियो। वाहेगुरु 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 वाहे जियो। वाहेगुरु वाहे जियो। वाहेगुरु जी का खालसा वाहेगुरु जी की फतेह। धन्नवाद सारिਆਂ ਦਾ जी।